जिन्ने भी लोग सक्सैसफुल होए ने उन्होंने ने अपने आप नाल ही कंपीट किया। जे वो रोज 7 वजे उठ रहा है तो वो सोचेगा कि हुण मैं 6:45 किवें उठना, 6:30 किवें उठना, 4 वजे किवें उठना। सो मैनू एक लगता कि इंसान नू तरक्की करन वास्ते, सफल होने वास्ते ਉਹਨੂੰ ਕਿਸੇ ਨਾਲ ਕੰਪੀਟ ਜਾਂ ਕਿਸੇ ਦੀ ਗਾਈਡੈਂਸ ਦੀ ਲੋੜ ਨਹੀਂ ਆ। ਉਹ ਖੁਦ ਨਾ ਕੰਪੀਟ ਕਰੇ ਤੇ ਉਹਦੇ ਅੰਦਰੋਂ ਕੀ ਆਵਾਜ਼ ਆ ਰਹੀ ਆ ਉਹਨੂੰ ਫੋਲੋ ਜਿਹੜਾ ਉਹ ਕਰੇ। ਕਿਉਂਕਿ ਅਮੀਰੀ ਮੈਨੂੰ ਇਹ ਲੱਗ ਰਹੀ ਕਿ ਮੈਂ ਕਿੰਨੇ ਲੋਕਾਂ ਨੂੰ ਜੌਬ ਦੇ ਰਹੀ ਹਾਂ, ਠੀਕ ਹੈ। ਸੋ ਹਰ ਇੱਕ ਦਾ ਅਮੀਰ ਬਣਨ ਦਾ, ਅਮੀਰੀ ਨੂੰ ਵੇਖਣ ਦਾ ਨਜ਼ਰੀਆ ਵੱਖਰਾ ਵਾ। ਮੇਰਾ ਅਮੀਰੀ ਨੂੰ ਵੇਖਣ ਦਾ ਨਜ਼ਰੀਆ ਇਹ ਹੈ ਕਿ ਪਹਿਲਾਂ ਮੈਂ 10 ਬੰਦਿਆਂ ਨੂੰ ਜੌਬ ਦੇ ਰਹੀ ਸੀ, ਫਿਰ ਮੈਂ 20 ਨੂੰ ਦੇ ਰਹੀ ਹਾਂ, ਅਗਲੇ ਸਾਲ ਮੈਂ 30 ਨੂੰ ਦੇ ਰਹੀ ਹਾਂ, ਅੱਜ ਮੈਂ 130 ਨੂੰ ਦੇ ਰਹੀ ਹਾਂ, ਅਗਲੇ ਸਾਲ ਮੈਂ 250 ਬੰਦੇ ਨੂੰ ਜੌਬ ਦੇ ਰਹੀ ਹਾਂ, ਠੀਕ ਹੈ। ਸੋ ਮੇਰਾ ਅਮੀਰੀ ਨੂੰ ਵੇਖਣ ਦਾ ਨਜ਼ਰੀਆ ਇਹ ਰਿਹਾ ਹੈ। ਘਰ ਬਹੁਤ ਜਿੱਦਾਂ 70-75 ਸਾਲ ਪੁਰਾਣਾ ਘਰ ਆ, ਠੀਕ ਹੈ। ਉਹ ਜਿਹੜੀ ਰਿਸਪੌਂਸਿਬਿਲਿਟੀ ਆ ਉਹ ਕਿਸੇ ਜਨਰੇਸ਼ਨ ਤੇ ਆਉਂਦੀ ਆ ਤੇ ਉਹ ਮੇਰੇ ਤੇ ਆਈ ਆ ਤੇ ਉਹਨੂੰ ਵੀ ਕੰਪਲੀਟ ਕੀਤਾ ਜਾਏਗਾ। ਪਰ ਜਿਹੜਾ ਮੇਰਾ ਘਰ ਆ ਤੇ ਜਾਂ ਫਿਰ ਕਾਰਾਂ ਨੇ ਜਾਂ ਫਿਰ ਪੈਸਾ ਹੈ, ਉਹ ਮੇਰੀ ਅਮੀਰੀ ਦਾ ਨਾਪ ਤੋਲ ਨਹੀਂ ਆ। ਮੇਰੀ ਅਮੀਰੀ ਨੂੰ ਘਰ ਆ, ਆਪਣੇ ਪਾਪਾ ਦੀ ਚੱਕੀ ਆ, ਉਹਨੂੰ ਵੀ ਬੈਂਕ ਨੂੰ ਮੌਰਗੇਜ ਕਰਕੇ ਮੈਂ ਤਕਰੀਬਨ 1.5 ਕਰੋੜ ਦਾ ਲੋਨ ਆਪਣਾ ਲਿਆ ਤੇ ਮੈਂ ਆਪਣੇ EMPLOYEES ਨੂੰ ਪੇ ਕੀਤਾ ਜੀ, ਠੀਕ ਹੈ। ਤੇ ਮੇਰਾ 70-80% ਬਿਜ਼ਨਸ ਵੀ ਹਿੱਲਿਆ ਪਰ ਮੈਂ ਪਰਵਾਹ ਨਹੀਂ ਕੀਤੀ। ਸੋ ਅਮੀਰ ਉਹ ਨਹੀਂ ਜਿਹਦੇ ਅਕਾਊਂਟ ਵਿੱਚ 1 ਕਰੋੜ ਪਿਆ ਹੋਇਆ, ਅਮੀਰ ਉਹ ਆ ਕਿ ਜਿਹਦੇ ਕੋਲ ਨਾ ਹੁੰਦਿਆਂ ਹੋਇਆਂ ਵੀ ਜਿਹੜਾ ਵਾ ਕੁਛ ਦੇਣ ਦੀ ਉਹਦੇ 'ਚ ਹਿੰਮਤ ਹੈਗੀ, ਉਹਦੇ 'ਚ ਕਰੇਜ ਹੈਗਾ। ਸੋ ਮੈਂ ਕੁਛ ਇਸ ਕਿਸਮ ਦੀ ਅਮੀਰ ਹਾਂ। ਅਵੇਅਰਨੈਸ ਬਹੁਤ ਚਾਹੀਦੀ ਕਿ ਪੰਜਾਬ ਕੀ ਸੀ, ਸਾਡਾ ਕਲਚਰ ਕੀ ਆ। ਕਲਚਰ ਦਾ ਮਤਲਬ ਇਹ ਨਹੀਂ ਕਿ ਪਹਿਰਾਵਾ ਵਾ, ਜਾਂ ਕਲਚਰ ਦਾ ਮਤਲਬ ਇਹ ਨਹੀਂ ਕਿ ਅਸੀਂ ਭੰਗੜਾ ਪਾ ਰਹੇ ਹਾਂ। ਕਲਚਰ ਦਾ ਮਤਲਬ ਇਹ ਵੀ ਆ ਕਿ ਮਾਂ ਪਿਓ ਨੂੰ ਕਿੰਨਾ ਰਿਸਪੈਕਟ ਦਿੰਦੇ ਸੀ ਲੋਕ, ਠੀਕ ਹੈ ਨਾ। ਇੱਕ ਘੂਰੀ ਤੇ ਕਿੱਦਾਂ 20 ਜਾਣੇ ਟੱਬਰ ਦੇ ਮਤਲਬ ਕਿ ਹਾਂਜੀ ਸਹਿਮ ਜਾਂਦੇ ਸੀ ਤੇ ਲੋਕ ਵਿਸ਼ਵਾਸ ਕਰਦੇ ਸੀ ਇੱਕ ਦੂਜੇ ਤੋਂ। ਅਸਲ ਜਿਹੜਾ ਸਾਨੂੰ ਆਜ਼ਾਦੀ ਆ ਜਾਂ ਫਿਰ ਯੂਥ ਨੇ ਕਿਹੜੀ ਡਾਇਰੈਕਸ਼ਨ 'ਚ ਜਾਣਾ ਵਾ, ਉਹ ਇੱਥੇ ਰਹਿ ਕੇ ਪੁਰਾਣਾ ਜੋ ਅਸੀਂ ਛੱਡੀ ਜਾ ਰਹੇ ਹਾਂ ਉਹ ਪੇਰੈਂਟਸ ਨੂੰ ਟ੍ਰਾਂਸਫਰ ਕਰਨ ਦੀ ਲੋੜ ਹੈ ਤੇ ਯੂਥ ਨੂੰ ਵੀ ਸਮਝਣ ਦੀ ਲੋੜ ਹੈ ਕਿ ਸਾਡੀ ਹੋਂਦ ਅਸਲ 'ਚ ਹੈ ਕੀ। ਜਿਹੜਾ ਵਾ ਨਿਰਸਵਾਰਥ ਇੱਕ ਆਸਤਿਕ ਬੰਦਾ ਬਣ ਕੇ ਜ਼ਿੰਦਗੀ 'ਚ ਜਿਹੜਾ ਵਾ ਉਹ ਰਾਈਜ਼ ਕੀਤਾ ਤੇ ਤੁਹਾਡੀ ਜਿਹੜੀ ਚਾਲ ਆ ਉਹ ਸਲੋ ਰਹੀ ਆ, ਠੀਕ ਹੈ। ਤੇ ਤੁਹਾਡਾ ਕੋਈ ਜੈਂਡਰ ਨਹੀਂ ਆ ਫਿਰ, ਹੈ ਨਾ। ਸੋ ਮੈਨੂੰ ਇਸ ਟਾਈਮ ਇਹ ਮਹਿਸੂਸ ਹੁੰਦਾ ਹੈ, ਤੁਹਾਨੂੰ ਲੱਗਦਾ ਹੈ ਕਿ ਮੇਰੇ ਸੂਟ ਦੇ ਕਰਕੇ ਜਾਂ ਮੇਰੇ ਮੇਕਅਪ ਕਰਕੇ ਜਾਂ ਫਿਰ ਮੇਰੀ ਸ਼ਕਲ ਸੂਰਤ ਕਰਕੇ ਲੋਕ ਫੋਲੋ ਕਰ ਰਹੇ ਨੇ ਜੋ ਮੈਂ ਲਿਖਦੀ ਹਾਂ, ਠੀਕ ਹੈ। ਨਹੀਂ, ਲੋਕ ਸੋਚ ਨੂੰ ਫੋਲੋ ਕਰ ਰਹੇ, ਕੀ ਸੋਚ ਆ, ਕੀ ਲਿਖਦੇ ਆ, ਠੀਕ ਹੈ। ਸੋ ਮੈਨੂੰ ਲੱਗਦਾ ਕਿ ਮੇਰਾ ਵਨ ਆਫ ਦਾ ਮੋਸਟ ਪੋਜ਼ਿਟਿਵ ਪੇਜ ਹੋਏਗਾ ਸੋਸ਼ਲ ਮੀਡੀਆ ਤੇ ਕਿ ਜਿੱਥੇ ਲੋਕ ਆਪਣੇ ਦਿਲ ਦੀਆਂ ਗੱਲਾਂ ਜਿਹੜੇ ਆ ਉਹ ਕਮੈਂਟਸ ਲਿਖ ਦਿੰਦੇ, ਕਿ ਕਿਤਾਬ ਵਾਂਗੂ ਬਣ ਗਿਆ ਮੇਰਾ ਪੇਜ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਜੁੜੇ ਹੋਏ ਹੋ ਔਨ ਪੁਆਇੰਟ ਦੇ ਨਾਲ। ਮੈਂ ਹਰਜਿੰਦਰ ਸਿੱਧੂ। ਅਸੀਂ ਨਾ ਅਕਸਰ ਲੋਕਾਂ ਨੂੰ ਇਹ ਕਹਿੰਦਿਆਂ ਸੁਣਦੇ ਹਾਂ ਜਾਂ ਉਹਨਾਂ ਦੇ ਮਨ 'ਚ ਇੱਕ ਨਿਰਾਸ਼ਾ ਭਰਿਆ ਸਵਾਲ ਜਿਹਾ ਹੁੰਦਾ ਕਿ ਯਾਰ ਅਸੀਂ ਤਾਂ ਪਿੰਡ 'ਚ ਜੰਮੇ ਆ, ਸਾਡੇ ਤਾਂ ਉਹਨੇ ਕੋਈ ਵਸੀਲੇ ਹੈ ਨਹੀਂ, ਸਰਕਾਰੀ ਸਕੂਲ 'ਚ ਪੜ੍ਹਿਆ ਮੈਂ ਤਾਂ ਨਾ। ਯਾਰ ਸ਼ਹਿਰਾਂ ਦੇ ਵਿੱਚ ਤਾਂ ਬਾਹਲੇ ਵੱਡੇ ਸਕੂਲ ਹੁੰਦੇ ਆ, ਉੱਥੇ ਤਾਂ ਜੀ ਇੰਨੇ ਮੌਕੇ ਮਿਲਦੇ ਆ। ਬਸ ਇਹੀ ਜਿਹੜੀਆਂ ਗੱਲਾਂ, ਇਹੀ ਧਾਰਨਾਵਾਂ ਕਿਤੇ ਨਾ ਕਿਤੇ ਅੱਗੇ ਵਧਣ ਲਈ ਸਾਡੇ ਰਾਹ 'ਚ ਵੱਡਾ ਰੋੜਾ ਬਣ ਜਾਂਦੀਆਂ। ਪਰ ਅੱਜ ਜਿਹੜੀ ਸ਼ਖਸੀਅਤ ਨਾਲ ਤੁਹਾਨੂੰ ਮਿਲਾ ਰਹੀ ਹਾਂ ਨਾ, ਉਹ ਵੀ ਪਿੰਡ ਦੀ ਕੁੜੀ ਆ। ਅਮਰੀਕਾ ਦੀ PR ਛੱਡ ਕੇ ਆਏ ਆ, ਅਮਰੀਕਾ ਨੂੰ ਛੱਡ ਕੇ ਤੇ ਪਿੰਡ 'ਚ ਆ ਕੇ ਇੱਕ ਕੰਪਨੀ ਬਣਾ ਲਈ ਤੇ ਉਸ ਕੰਪਨੀ ਦੇ ਵਿੱਚ ਹੁਣ ਸ਼ਹਿਰਾਂ ਤੋਂ ਬੱਚੇ ਆ ਕੇ ਨੌਕਰੀਆਂ ਲੈਂਦੇ ਆ। ਸੋਚ ਸਕਦੇ ਹੋ, ਸਹੀ ਆ ਗੱਲ ਇਹ। ਸਾਡੇ ਨਾਲ ਜੁੜੇ ਹੋਏ ਨੇ ਮੈਡਮ ਮਨਦੀਪ ਕੌਰ ਟਾਂਗਰਾ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ। ਮੈਂ ਲੰਬੀ ਚੌੜੀ ਭੂਮਿਕਾ ਬੰਨਾ ਤਾਂ ਮੇਰੇ ਖਿਆਲ ਦੇ ਵਿੱਚ ਇਹ ਸੂਰਜ ਨੂੰ ਦੀਵਾ ਦਿਖਾਉਣ ਵਾਲੀ ਗੱਲ ਹੋਊਗੀ, ਕਿਉਂਕਿ ਇਹ ਸ਼ਖਸੀਅਤ ਕਿਸੇ ਵੱਡੀ ਭੂਮਿਕਾ ਦੀ ਜਾਂ ਉੱਦਾਂ ਭਾਰੇ ਸ਼ਬਦਾਂ ਦੀ ਮੁਹਤਾਜ ਨਹੀਂ ਹੈ। ਸੋ ਕਿਸੇ ਤਰ੍ਹਾਂ ਦਾ ਵੀ ਫਰਜ਼ੀ ਜਾਂ ਸਵਾਗਤ ਕਰਨ ਤੋਂ ਬਿਨਾਂ ਸਿੱਧਾ ਆਪਾਂ ਗੱਲ 'ਤੇ ਆਉਂਦੇ ਹਾਂ। ਮੈਡਮ, ਪਿੰਡ ਦੀ ਕੁੜੀ ਨੇ ਪਿੰਡ ਦੇ ਵਿੱਚ ਹੀ ਕੰਪਨੀ ਬਣਾ ਲੈਣੀ, ਇਹ ਕੋਈ ਛੋਟੀ ਗੱਲ ਨਹੀਂ ਹੁੰਦੀ। ਸੁਪਨਾ
ਪਹਿਲਾਂ ਤੋਂ ਹੀ ਬੁਣਿਆ ਸੀ ਦਿਮਾਗ ਦੇ ਵਿੱਚ ਜਾਂ ਸਹਿਜ ਸੁਭਾਅ ਹੋ ਗਿਆ? ਜਦੋਂ ਪਿੰਡ ਸਾਨੂੰ ਦੇ ਰਿਹਾ ਹੁੰਦਾ ਤੇ ਸਾਡੇ ਜੇ ਸੰਸਕਾਰ ਅੱਛੇ ਹੁੰਦੇ ਸਾਡੇ ਮਨ 'ਚ ਉੱਠਦਾ ਕਿ ਅਸੀਂ ਪਿੰਡ ਲਈ ਕੀ ਕਰੀਏ, ਹੈ ਨਾ। ਸੋ ਮੈਂ ਆਪਣੇ ਆਪ ਨੂੰ ਬੜਾ ਐਜ਼ ਅ ਸਟੂਡੈਂਟ ਜਦੋਂ ਮੈਂ ਯੂਨੀਵਰਸਿਟੀ 'ਚ ਪੜ੍ਹਦੀ ਸੀ, ਸੋ ਇਸੇ ਪਿੰਡ ਤੋਂ ਰੋਜ਼ ਕਾਲਜ ਜਾ ਕੇ ਆਪਣੇ ਆਪ ਨੂੰ ਬੜਾ ਸਕਸੈਸਫੁਲ ਪਾਇਆ, ਕਿਉਂਕਿ ਮੈਂ ਆਪਣੇ ਕਾਲਜ ਦੀ ਟੌਪਰ ਸੀ ਆਪਣੇ MBA ਦੀ। ਤੇ ਮੈਨੂੰ ਇਦਾਂ ਲੱਗਾ ਕਿ ਜੇ ਇੱਕ ਛੋਟੇ ਜਿਹੇ ਪਿੰਡ ਤੋਂ ਜਾ ਕੇ ਰੋਜ਼ ਕਾਲਜ ਦੇ ਵਿੱਚ ਤੇ ਅਸੀਂ ਟੌਪ ਕਰ ਸਕਦੇ ਹਾਂ, ਜਿੱਥੇ ਕਿ ਸ਼ਹਿਰਾਂ ਦੇ ਬੱਚੇ ਵੀ ਆ ਰਹੇ ਆ, ਉਹਨਾਂ ਕੋਲ ਸਾਡੇ ਤੋਂ ਵੀ ਜ਼ਿਆਦਾ ਸੁੱਖ ਸਹੂਲਤਾਂ ਵਾ, ਅਸੀਂ ਬੱਸਾਂ ਦੇ ਵਿੱਚ ਧੱਕੇ ਖਾ ਰਹੇ ਆ, ਉਹ ਹੋਸਟਲ 'ਚ ਵੀ ਰਹਿ ਰਹੇ ਨੇ, ਠੀਕ ਹੈ। ਸੋ ਹਰ ਤਰ੍ਹਾਂ ਦੀਆਂ ਤੰਗੀਆਂ 'ਚੋਂ ਲੰਘ ਕੇ ਵੀ ਜੇ ਇੱਕ ਬੰਦਾ ਅਵਲ ਆ ਸਕਦਾ ਵਾ, ਉਹ ਵੀ ਇੱਕ ਐਸੀ ਸਟੇਜ ਤੇ ਉਹ ਅਵਲ ਆ ਗਿਆ ਕਿ ਜਦੋਂ ਉਹਨੇ ਫੀਸ ਵੀ ਨਹੀਂ ਦਿੱਤੀ ਹੋਈ, ਫੀਸ ਵੀ ਅਜੇ 3-4 ਮਹੀਨੇ ਬਾਅਦ ਜਾਏਗੀ, ਠੀਕ ਹੈ। ਸੋ ਰਿਸੋਰਸਿਸ ਨਾ ਹੁੰਦੇ ਹੋਏ ਵੀ ਜਿਹੜਾ ਵਾ ਉਹ ਸਫਲਤਾ ਜਿਹੜਾ ਵਾ ਹਾਸਿਲ ਕਰਨਾ, ਹਨਾ। ਸੋ ਉਸ ਚੀਜ਼ ਨੇ ਮੈਨੂੰ ਇਨਸਪਾਇਰ ਕੀਤਾ ਕਿ ਇੱਕ ਮਨਦੀਪ ਕੌਰ ਟਾਂਗਰਾ ਨਹੀਂ ਹੋਏਗੀ ਪਿੰਡਾਂ ਦੇ ਵਿੱਚ, ਇੱਥੇ ਹਜ਼ਾਰਾਂ ਲੱਖਾਂ ਮਨਦੀਪ ਕੌਰ ਟਾਂਗਰਾ ਹੋਣਗੀਆਂ, ਬਹੁਤ ਸਾਰੇ ਨੌਜਵਾਨ ਹੋਣਗੇ ਕਿ ਜਿਹੜਾ ਬਹੁਤ ਕੁਝ ਕਰ ਸਕਦੇ ਆ। ਕਿਉਂਕਿ ਲੋਕ ਅਕਸਰ ਜਦੋਂ ਅਸੀਂ ਸਕਸੈਸਫੁਲ ਹੁੰਦੇ ਆ, ਸਮਝੋ ਕਿ ਇੱਕ ਬੱਚੇ ਨੇ ਛੋਟੇ ਜਿਹੇ ਪਿੰਡ ਤੋਂ ਡਿਸਟ੍ਰਿਕਟ ਦੇ ਵਿੱਚ ਹੀ ਟੌਪ ਕੀਤਾ, ਪੰਜਾਬੀ 'ਚ ਕੀਤਾ, ਲਾ ਲਓ ਮੈਥ 'ਚ ਕੀਤਾ, ਹਨਾ, ਤੇ ਲੋਕ ਇਹੀ ਕਹਿੰਦੇ ਨੇ ਕਿ ਇਹਦੀ ਕਿਸਮਤ ਤੇਜ਼, ਠੀਕ ਹੈ, ਇਹਦਾ ਕੋਈ ਚਮਤਕਾਰ ਹੋਇਆ ਸ਼ਾਇਦ, ਠੀਕ ਹੈ। ਤੇ ਪਰ ਉਹ ਇਹ ਨਹੀਂ ਵੇਖਦੇ ਕਿ ਇਸ ਬੱਚੇ ਨੇ ਕਿਵੇਂ ਦਿਨ ਰਾਤ ਇੱਕ ਕੀਤਾ, ਇਹਦੇ ਪੇਰੈਂਟਸ ਨੇ ਕਿੰਨੀ ਮਿਹਨਤ ਕੀਤੀ ਹੈ। ਸੋ ਹਰ ਕੋਈ, ਮੈਂ ਮੰਨਦੀ ਕਿ ਇੱਕ ਸਕਸੈਸਫੁਲ ਇਨਸਾਨ ਜਿਹੜਾ ਵਾ ਉਹ ਜਿਹੜਾ ਆਪਣੀ ਰੈਪੂਟੇਸ਼ਨ 'ਚ ਸਕਸੈਸਫੁਲ ਆ, ਨਾ ਕਿ ਪੈਸੇ ਧੇਲੇ 'ਚ ਇਕੱਲਾ, ਜਿਹਨੂੰ ਸਮਾਜ ਪਿਆਰ ਕਰਦਾ ਵਾ, ਜਿਹਦੇ ਵਿੱਚ ਸਕੂਨ ਆ, ਐਸਾ ਜਿਹੜਾ ਇਨਸਾਨ ਆ, ਆਈ ਥਿੰਕ ਕਿ ਆਪਣੇ ਆਪ 'ਚ ਹੀ ਇੱਕ ਸਫਲਤਾ ਵਾ। ਤੇ ਇਹੀ ਸਾਨੂੰ ਬਣਨ ਦੀ ਲੋੜ ਆ, ਇਹੀ ਇੱਕ ਨਹੀਂ ਕਈ ਹੋਣਗੇ। ਸੋ ਸਾਨੂੰ ਸਿਰਫ ਗਾਈਡ ਕਰਨ ਦੀ ਲੋੜ ਆ। ਮੈਨੂੰ ਗਾਈਡ ਕਰਨ ਦੀ ਲੋੜ ਮਹਿਸੂਸ ਹੋਈ, ਇਸ ਕਰਕੇ ਮੈਂ ਆਪਣਾ ਜਿਹੜਾ ਪਿੰਡ ਵਿੱਚ ਹੀ IT ਕੰਪਨੀ ਸਟਾਰਟ ਕੀਤੀ ਕਿ ਇੱਥੇ ਆਪਾਂ ਗਾਈਡ ਕਰਾਂਗੇ ਤੇ ਹੋਰ ਐਸੇ ਲੋਕ ਪੈਦਾ ਕਰਾਂਗੇ ਕਿ ਜੋ ਵਾਈਟ ਕਾਲਰ ਜੌਬਸ, ਅੱਛੀ ਅਰਨਿੰਗ ਵਾਲੀ ਜੌਬ ਜਿਹੜੀ ਉਹ ਲੋਕਲੀ ਲੈ ਰਹੇ ਨੇ। ਗਾਈਡ ਦੀ ਗੱਲ ਕੀਤੀ ਜੀ, ਇੱਕ ਆਪਣਾ ਗੋਡ ਫਾਦਰ ਹੁੰਦਾ ਹੈ, ਹਾਂਜੀ, ਜਿਹਦੇ ਦਿਸ਼ਾ ਨਿਰਦੇਸ਼ਾਂ ਤੇ ਆਪਾਂ ਚੱਲਦੇ ਹਾਂ, ਹਾਂਜੀ, ਹੈਨਾ, ਉਹ ਸਾਰਾ ਆਪਾਂ ਲਈ ਬਿਰਤਾਂਤ ਸਿਰਜਦਾ ਹੈ। ਤੁਹਾਡੇ ਗਾਈਡ ਕੌਣ ਰਹੇ ਇਸ ਸਾਰੇ ਸੁਪਨੇ ਦੇ ਵਿੱਚ? ਸੋ ਗਾਈਡ ਮੈਨੂੰ ਇਹ ਲੱਗਦਾ ਕਿ ਜੇ ਤੁਸੀਂ ਆਸਤਕ ਹੋ ਤੇ ਤੁਹਾਨੂੰ ਗਾਈਡ ਦੀ ਲੋੜ ਨਹੀਂ ਹੈਗੀ, ਠੀਕ ਹੈ। ਜੇ ਤੁਸੀਂ ਆਸਤਕ ਹੋ ਤੇ ਤੁਸੀਂ ਆਪਣੇ ਆਪ 'ਚ ਬਿਲੀਵ ਕਰੋਗੇ, ਤੁਸੀਂ ਇਵੋਲਵ ਹੁੰਦੇ ਜਾਓਗੇ, ਆਪਣੇ ਆਪ ਨੂੰ ਡਿਸਕਵਰ ਕਰਦੇ ਜਾਓਗੇ। ਫੋਰ ਐਗਜ਼ਾਮਪਲ ਕਿ ਕੋਈ ਰਨਰ ਹੀ ਆ, ਠੀਕ ਹੈ, ਐਥਲੈਟਿਕਸ ਕਿਸੇ ਨੇ ਆਪਣੀ ਵਧੀਆ ਕਰਨੀ, ਕਿਸੇ ਨੇ ਆਪਣੀ ਗੇਮ ਵਧੀਆ ਕਰਨੀ, ਕਿਸੇ ਨੇ ਆਪਣੀ ਸਿੰਗਿੰਗ ਵਧੀਆ ਕਰਨੀ, ਠੀਕ ਹੈ। ਉਹਨੂੰ ਖੁਦ ਹੀ ਗਿਆਨ ਹੋਈ ਜਾਂਦਾ ਹੈ ਕਿ ਹਾਂ ਹੁਣ ਮੈਨੂੰ ਇਹ ਮੈਂ 6 ਸੈਕਿੰਡ 'ਚ ਪੂਰਾ ਕੀਤਾ, ਇਹਨੂੰ ਹੁਣ ਮੈਂ 5 'ਚ ਪੂਰਾ ਕਰਨਾ, ਇਹਨੂੰ ਹੁਣ ਮੈਂ 3 ਵਿੱਚ ਕਰਨਾ, ਇਹਨੂੰ ਹੁਣ ਮੈਂ 2 'ਚ ਕਰਨਾ, ਠੀਕ ਹੈ। ਸੋ ਜਿੰਨੇ ਵੀ ਲੋਕ ਸਕਸੈਸਫੁਲ ਹੋਏ ਨੇ ਉਹਨਾਂ ਨੇ ਆਪਣੇ ਆਪ ਨਾਲ ਹੀ ਕੰਪੀਟ ਕੀਤਾ। ਜੇ ਉਹ ਰੋਜ਼ 7 ਵਜੇ ਉੱਠ ਰਿਹਾ ਤੇ ਉਹ ਸੋਚੇਗਾ ਕਿ ਹੁਣ ਮੈਂ 6:45 ਕਿਵੇਂ ਉੱਠਣਾ, 6:30 ਕਿਵੇਂ ਉੱਠਣਾ, 4 ਵਜੇ ਕਿਵੇਂ ਉੱਠਣਾ। ਸੋ ਮੈਨੂੰ ਇੱਕ ਲੱਗਦਾ ਕਿ ਇਨਸਾਨ ਨੂੰ ਤਰੱਕੀ ਕਰਨ ਵਾਸਤੇ, ਸਫਲ ਹੋਣ ਵਾਸਤੇ ਉਹਨੂੰ ਕਿਸੇ ਨਾਲ ਕੰਪੀਟ ਜਾਂ ਕਿਸੇ ਦੀ ਗਾਈਡੈਂਸ ਦੀ ਲੋੜ ਨਹੀਂ ਆ। ਉਹ ਖੁਦ ਨਾ ਕੰਪੀਟ ਕਰੇ ਤੇ ਉਹਦੇ ਅੰਦਰੋਂ ਕੀ ਆਵਾਜ਼ ਆ ਰਹੀ ਆ ਉਹਨੂੰ ਫੋਲੋ ਜਿਹੜਾ ਉਹ ਕਰੇ। ਤੁਸੀਂ, ਮੈਂ ਗੱਲਬਾਤ ਕਰਦਿਆਂ ਵੀ ਤੁਹਾਨੂੰ ਸੁਣਿਆ ਸੀ, ਤੁਸੀਂ ਅੱਜ ਵੀ ਜ਼ਿਕਰ ਕਰਦੇ ਹੋ ਕਿ ਸਾਡੇ ਬਾਲਿਆਂ ਦੀ ਛੱਤ ਆ, ਫਾਦਰ ਸਾਹਿਬ ਦੀ ਚੱਕੀ ਦੇ ਉੱਪਰ ਟੀਨ ਲੱਗਿਆ ਹੋਇਆ ਹੈਗਾ। ਉਹ ਹਾਲਾਂਕਿ ਹੁਣ ਤੁਸੀਂ ਉਸ ਮੁਕਾਮ ਤੇ ਹੋ ਵੀ ਵੱਡੀ ਕੋਠੀ ਪਾ ਸਕਦੇ ਹੋ, ਛੱਤ ਉਸ ਨੂੰ ਉਧੇੜ ਸਕਦੇ ਹੋ। ਬਹੁਤੇ ਆਪਾਂ ਪਰਿਵਾਰਾਂ 'ਚ ਵੇਖਦੇ ਹਾਂ, ਜਦੋਂ ਬੰਦੇ ਕੋਲ ਪੈਸਾ ਆ ਜਾਂਦਾ ਨਾ, ਅਗਲਾ ਕਹਿੰਦਾ ਯਾਰ ਪਹਿਲਾਂ ਕੱਚੀ ਬੈਠ ਕੇ ਜੀ ਢਾਹ ਕੇ ਨਾ ਪੱਕੀ ਪਾਈਏ, ਇਹਦੇ ਉੱਤੇ ਆਪਾਂ ਬਾਜ ਵੀ ਰੱਖਣਾ ਹੈ ਨਾ ਜੀ, ਉੱਦਾਂ ਦੇ ਉਹ ਹੁੰਦੇ ਆ। ਪਰ ਉਹ ਅੱਜ ਵੀ ਹੈ ਕਿਉਂਕਿ ਅਮੀਰੀ ਮੈਨੂੰ ਇਹ ਲੱਗ ਰਹੀ ਕਿ ਮੈਂ ਕਿੰਨੇ ਲੋਕਾਂ ਨੂੰ ਜੌਬ ਦੇ ਰਹੀ ਹਾਂ, ਠੀਕ ਹੈ। ਸੋ ਹਰ ਇੱਕ ਦਾ ਅਮੀਰ ਬਣਨ ਦਾ, ਅਮੀਰੀ ਨੂੰ ਵੇਖਣ ਦਾ ਨਜ਼ਰੀਆ ਵੱਖਰਾ ਵਾ। ਮੇਰਾ ਅਮੀਰੀ ਨੂੰ ਵੇਖਣ ਦਾ ਨਜ਼ਰੀਆ ਇਹ ਹੈ ਕਿ ਪਹਿਲਾਂ ਮੈਂ 10 ਬੰਦਿਆਂ ਨੂੰ ਜੌਬ ਦੇ ਰਹੀ ਸੀ,
ਫਿਰ ਮੈਂ 20 ਨੂੰ ਦੇ ਰਹੀ ਹਾਂ, ਅਗਲੇ ਸਾਲ ਮੈਂ 30 ਨੂੰ ਦੇ ਰਹੀ ਹਾਂ, ਅੱਜ ਮੈਂ 130 ਨੂੰ ਦੇ ਰਹੀ ਹਾਂ, ਅਗਲੇ ਸਾਲ ਮੈਂ 250 ਬੰਦੇ ਨੂੰ ਜੌਬ ਦੇ ਰਹੀ ਹਾਂ। ਠੀਕ ਹੈ, ਸੋ ਮੇਰਾ ਅਮੀਰੀ ਨੂੰ ਵੇਖਣ ਦਾ ਨਜ਼ਰੀਆ ਇਹ ਰਿਹਾ ਹੈ। ਠੀਕ ਹੈ, ਪਰ ਕਿਤੇ ਨਾ ਕਿਤੇ ਜਿੱਦਾਂ ਹੁਣ ਘਰ ਬਣਾਉਣ ਦੀ ਗੱਲ ਆ ਗਈ, ਜਾਂ ਘਰ ਬਹੁਤ ਜਿੱਦਾਂ 70-75 ਸਾਲ ਪੁਰਾਣਾ ਘਰ ਆ, ਠੀਕ ਹੈ, ਉਹ ਜਿਹੜੀ ਰਿਸਪੌਂਸਿਬਿਲਿਟੀ ਆ ਉਹ ਕਿਸੇ ਜਨਰੇਸ਼ਨ ਤੇ ਆਉਂਦੀ ਆ, ਤੇ ਉਹ ਮੇਰੇ ਤੇ ਆਈ ਆ, ਤੇ ਉਹਨੂੰ ਵੀ ਕੰਪਲੀਟ ਕੀਤਾ ਜਾਏਗਾ। ਪਰ ਜਿਹੜਾ ਮੇਰਾ ਘਰ ਆ ਤੇ ਜਾਂ ਫਿਰ ਕਾਰਾਂ ਨੇ ਜਾਂ ਫਿਰ ਪੈਸਾ ਹੈ, ਉਹ ਮੇਰੀ ਅਮੀਰੀ ਦਾ ਨਾਪ ਤੋਲ ਨਹੀਂ ਆ। ਮੇਰੀ ਅਮੀਰੀ ਨੂੰ ਇਸ ਚੀਜ਼ ਤੋਂ ਦੇਖਿਆ ਜਾਏ ਕਿ ਮੈਂ ਕਿੰਨੇ ਲੋਕਾਂ ਨੂੰ ਹਰ ਸਾਲ ਪਿਛਲੇ ਸਾਲ ਨਾਲੋਂ ਵੱਧ ਜੌਬ ਜਨਰੇਟ ਕਰ ਰਹੀ, ਕਿੰਨੇ ਲੋਕਾਂ ਲਈ। ਤੇ ਜਿਵੇਂ ਕੋਵਿਡ ਦਾ ਟਾਈਮ ਸੀ, ਬਿਲਕੁਲ, ਤੇ ਮੇਰਾ ਕੰਪਨੀ ਤੇ ਕੋਈ ਲੋਨ ਨਹੀਂ ਸੀ ਜੀ, ਤੇ ਮੈਂ ਉਦੋਂ ਆਪਣਾ ਜਿਹੜਾ ਘਰ ਆ, ਆਪਣੇ ਪਾਪਾ ਦੀ ਚੱਕੀ ਆ, ਉਹਨੂੰ ਵੀ ਬੈਂਕ ਨੂੰ ਮੌਰਗੇਜ ਕਰਕੇ ਮੈਂ ਤਕਰੀਬਨ 1.5 ਕਰੋੜ ਦਾ ਲੋਨ ਆਪਣਾ ਲਿਆ, ਤੇ ਮੈਂ ਆਪਣੇ EMPLOYEES ਨੂੰ ਪੇ ਕੀਤਾ ਜੀ। ਠੀਕ ਹੈ, ਤੇ ਮੇਰਾ 70-80% ਬਿਜ਼ਨਸ ਵੀ ਹਿੱਲਿਆ, ਪਰ ਮੈਂ ਪਰਵਾਹ ਨਹੀਂ ਕੀਤੀ। ਸੋ ਅਮੀਰ ਉਹ ਨਹੀਂ ਜਿਹਦੇ ਅਕਾਊਂਟ ਵਿੱਚ 1 ਕਰੋੜ ਪਿਆ ਹੋਇਆ, ਅਮੀਰ ਉਹ ਆ ਕਿ ਜਿਹਦੇ ਕੋਲ ਨਾ ਹੁੰਦਿਆਂ ਹੋਇਆਂ ਵੀ ਜਿਹੜਾ ਵਾ ਕੁਛ ਦੇਣ ਦੀ ਉਹਦੇ ਚ ਹਿੰਮਤ ਹੈਗੀ, ਉਹਦੇ ਚ ਕਰੇਜ ਹੈਗਾ। ਸੋ ਮੈਂ ਕੁਛ ਇਸ ਕਿਸਮ ਦੀ ਅਮੀਰ ਹਾਂ। ਅੱਛਾ, ਇੱਕ ਨਾ ਕੀ ਹੁੰਦਾ ਹੈਗਾ ਜਦੋਂ ਆਪਾਂ ਇਸ ਤਰ੍ਹਾਂ ਦੇ ਕਿਸੇ ਮੁਕਾਮ ਤੇ ਪਹੁੰਚ ਜਾਂਦੇ ਆ, ਉਦੋਂ ਕਿਤੇ ਜਾ ਕੇ ਆਪਾਂ ਨੂੰ ਪਿਛਲੀਆਂ ਔਕੜਾਂ ਦਾ ਹਨਾ, ਉਹ ਜਦੋਂ ਆਪਾਂ ਅਨਾਲਿਸਿਸ ਕਰਦੇ ਆ, ਧਿਆਨ ਦੇ ਵਿੱਚ ਆਉਂਦੀਆਂ ਨੇ, ਫਿਰ ਇੱਕ ਸਕੂਨ ਜਿਹਾ ਵੀ ਮਿਲਦਾ ਕਿ ਇਹੋ ਜਿਹੇ ਹਾਲਾਤਾਂ ਚੋਂ ਲੰਘ ਕੇ ਆਏ ਹੋ, ਫਿਰ ਦੂਸਰਿਆਂ ਨੂੰ ਵੀ ਪ੍ਰੇਰਨਾ ਦਿੰਦੇ ਆ ਆਪਾਂ। ਮੈਂ ਤੁਹਾਨੂੰ ਬੋਲਦਿਆਂ ਵੀ ਸੁਣਿਆ ਹਨਾ, ਪਰ ਹੁਣ ਦੀ ਜਿਹੜੀ ਪੀੜ੍ਹੀ ਆ ਉਹਨਾਂ ਦੇ ਵਿੱਚ ਸਹਿਣਸ਼ੀਲਤਾ ਵੀ ਬਹੁਤ ਘਟ ਗਈ ਆ, ਨਾ ਮਾਤਰੀ ਆ, ਕਿਤੇ ਨਾ ਕਿਤੇ ਜਮੀ ਡੋਲ ਜਾਂਦੇ ਆ। ਆਪਾਂ ਤਾਂ ਬਹੁਤ ਬੁਰੇ ਟਾਈਮ ਦੇਖਿਆ, ਕੋਵਿਡ ਦਾ ਦੇਖਿਆ, ਹੋਰ ਵੀ ਦੇਖੇ ਆ। ਠੀਕ ਹੈ ਨਾ, ਹੁਣ ਵਾਲੀ ਪੀੜ੍ਹੀ ਨੂੰ ਕਿਵੇਂ ਵੇਖਦੇ ਹੋ ਇਸ ਨਜ਼ਰੀਏ ਤੋਂ? ਦੇਖੋ, ਹੁਣ ਵਾਲੀ ਪੀੜ੍ਹੀ ਜਿਹੜੀ ਆ ਉਹ ਪਤਾ ਹੀ ਨਹੀਂ ਲੱਗ ਰਿਹਾ ਕਿ ਕਿੱਧਰ ਨੂੰ ਜਾ ਰਹੀ ਹੈ ਨਾ, ਕਿਉਂਕਿ ਹਰ ਕੋਈ ਜਿਹੜਾ ਵਾ ਉਹ 99% ਫੋਨ 'ਚ ਹੀ ਵਿਅਸਤ ਆ ਅੱਜ। ਠੀਕ ਹੈ, ਤੇ ਕਿਤੇ ਨਾ ਕਿਤੇ ਸਾਡੇ ਕੋਲ ਮਿਸ ਹੋ ਗਈ ਉਹ ਚੀਜ਼ ਜਿਹੜੀ ਹੋਣੀ ਨਹੀਂ ਸੀ ਚਾਹੀਦੀ, ਕਿ ਅਸੀਂ ਆਪਣੇ ਜਿਹੜੇ ਸੰਸਕਾਰ ਆ ਜੀ ਆਪਣੇ ਉਹ ਬੱਚਿਆਂ 'ਚ ਅੱਗੇ ਦੇਣੇ ਸੀ, ਤੇ ਬੱਚੇ ਸਾਡੇ ਮੋਬਾਈਲ 'ਚ ਤੇ ਜਾਂ ਅਸੀਂ ਖੁਦ ਵੀ ਉਲਝ ਗਏ ਆ ਬਹੁਤ ਜ਼ਿਆਦਾ। ਤੇ ਬਹੁਤ ਸਾਰੇ ਲੋਕਾਂ ਨੇ ਆਪਣੇ ਬੱਚੇ ਦੂਰ ਵੀ ਕਰ ਲਏ ਬਾਹਰ ਭੇਜ ਕੇ। ਠੀਕ ਹੈ, ਸੋ ਇਹ ਤਾਣਾ ਬਾਣਾ ਬਹੁਤ ਜ਼ਿਆਦਾ ਉਲਝ ਗਿਆ ਹੈ। ਸੋ ਇਹਦਾ ਇੱਕ ਹੀ ਜੋ ਮੈਨੂੰ ਚੀਜ਼ ਜਿਹੜੀ ਆ ਉਹ ਨਜ਼ਰ ਆਉਂਦੀ ਆ, ਉਹ ਇਹੀ ਆ ਕਿ ਜੋ ਪਹਿਲਾਂ ਸੀ ਨਾ ਉਹਨੂੰ ਸੰਭਾਲ ਕੇ ਰੱਖਣਾ ਬਹੁਤ ਜ਼ਰੂਰੀ ਆ, ਉਹਦਾ ਐਨਾਲਿਸਿਸ ਕਰਨਾ ਜ਼ਰੂਰੀ ਆ, ਉਹ ਜਿਹੇ ਸੰਸਕਾਰ ਅੱਗੇ ਦੇਣੇ ਬੜੇ ਜ਼ਰੂਰੀ ਆ। ਕਹਿਣ ਦਾ ਮਤਲਬ ਕਿ ਅਵੇਅਰਨੈਸ ਬਹੁਤ ਚਾਹੀਦੀ ਕਿ ਪੰਜਾਬ ਕੀ ਸੀ, ਸਾਡਾ ਕਲਚਰ ਕੀ ਆ। ਕਲਚਰ ਦਾ ਮਤਲਬ ਇਹ ਨਹੀਂ ਕਿ ਪਹਿਰਾਵਾ ਵਾ, ਜਾਂ ਕਲਚਰ ਦਾ ਮਤਲਬ ਇਹ ਨਹੀਂ ਕਿ ਅਸੀਂ ਭੰਗੜਾ ਪਾ ਰਹੇ ਆ। ਠੀਕ ਹੈ, ਕਲਚਰ ਦਾ ਮਤਲਬ ਇਹ ਵੀ ਆ ਕਿ ਮਾਂ-ਪਿਓ ਨੂੰ ਕਿੰਨਾ ਰਿਸਪੈਕਟ ਦਿੰਦੇ ਸੀ ਲੋਕ। ਠੀਕ ਹੈ ਨਾ, ਇੱਕ ਘੂਰੀ ਤੇ ਕਿੱਦਾਂ 20 ਜਾਣੇ ਟੱਬਰ ਦੇ ਮਤਲਬ ਕਿ ਸਹਿਮ ਜਾਂਦੇ ਸੀ, ਤੇ ਲੋਕ ਵਿਸ਼ਵਾਸ ਕਰਦੇ ਸੀ ਇੱਕ ਦੂਜੇ ਤੋਂ, ਰਿਸ਼ਤਿਆਂ ਦੀ ਪੂਰੀ ਅਹਿਮੀਅਤ ਸੀ ਹਨਾ। ਤੇ ਬਹੁਤ ਮਤਲਬ ਕਿ ਉਹ ਜਿਹੜੇ ਜੇ ਆਪਾਂ ਕੱਲੇ ਜੇ ਹੋ ਗਏ ਨਾ, ਉੱਥੇ ਇੰਪਰੂਵਮੈਂਟ ਦੀ ਲੋੜ ਆ। ਤੇ ਅਜੇ ਵੀ ਇੰਨੀ ਦੇਰ ਨਹੀਂ ਹੋਈ, ਜਿਵੇਂ ਆਪਾਂ ਕਹਿੰਦੇ ਕਿ ਅਸੀਂ ਹਜੇ ਵੀ ਬਹੁਤ ਮੋੜਾ ਜਿਹੜਾ ਪਾ ਸਕਦੇ ਹਾਂ, ਕਿਉਂਕਿ 70% ਜਿਹੜੇ ਲੋਕ ਆ ਉਹ ਪਿੰਡਾਂ ਦੇ ਵਿੱਚ ਹੀ ਆ, ਤੇ ਪੰਜਾਬ ਪਿੰਡਾਂ ਦਾ ਪੰਜਾਬ ਆ। ਤੇ ਜੇ ਪਿੰਡਾਂ ਵਾਲੇ ਭੋਲਾ ਬਣਨਾ ਛੱਡ ਦੇਣ ਕਿ ਉਹ ਸਮਝਣ ਕਿ ਆਇਲਸ ਦੀ ਡਿਗਰੀ ਆ ਹਨਾ, ਤੇ ਬੇਵਕੂਫ ਬਣਨਾ ਛੱਡ ਦੇਣ, ਤੇ ਮੈਨੂੰ ਲੱਗਦਾ ਕਿ ਅਸੀਂ ਬਹੁਤ ਅੱਗੇ ਜਾ ਸਕਦੇ। ਪਿੰਡਾਂ ਵਾਲਿਆਂ ਨੂੰ ਰੀਅਲਾਈਜ਼ ਕਰਨਾ ਪਏਗਾ ਕਿ ਇਹ ਅਸਲ ਅਮੀਰੀ ਆ, ਜਿੱਥੇ ਅਸੀਂ ਛੋਟੇ ਘਰਾਂ ਦੇ ਵੀ ਰਾਜੇ ਆ। ਠੀਕ ਹੈ ਨਾ, ਅਸੀਂ ਕਿਸੇ ਦੇ ਅਧੀਨ ਨਹੀਂ, ਅਸੀਂ ਮਰਜ਼ੀ ਦੀ ਬੋਲੀ ਬੋਲ ਸਕਦੇ ਹਾਂ, ਮਰਜ਼ੀ ਦਾ ਖਾ ਪੀ ਸਕਦੇ ਹਾਂ। ਠੀਕ ਹੈ, ਅਸੀਂ ਆਪਣੇ ਪੰਜਾਬ 'ਚ ਜਿਹੜਾ ਵਾ ਵੱਧ ਆਜ਼ਾਦ ਆ। ਇਹ ਤੁਹਾਡੇ ਕੁਐਸਚਨ ਦੇ ਥਰੂ ਮੈਂ ਇਹੀ ਯੂਥ ਨੂੰ ਵੀ ਦੱਸਣਾ ਚਾਹੁੰਦੀ ਕਿ ਹੋ ਸਕਦਾ ਕਿ ਮੈਂ ਕੈਨੇਡਾ 'ਚ ਰੋਜ਼ ਸੂਟ ਨਾ ਪਾ ਸਕਾਂ, ਲੋਕ ਮੈਨੂੰ ਅਲੱਗ-ਅਲੱਗ ਨਜ਼ਰ ਨਾਲ ਵੇਖਣ ਹਨਾ,
ਤੇ ਪਰ ਪੰਜਾਬ ਦੇ ਵਿੱਚ ਮੈਂ ਰੋਜ਼ ਜੀਨ ਪਾ ਸਕਦੀ ਆ, ਵੈਸਟਰਨ ਪਾ ਸਕਦੀ ਆ, ਸੂਟ ਪਾ ਸਕਦੀ ਆ, ਠੀਕ ਹੈ, ਕਿਉਂਕਿ ਮੈਂ ਇੱਥੇ ਆਜ਼ਾਦ ਆ। ਮੇਰੇ ਮਾਪਿਓ, ਮੇਰੇ ਪੰਜਾਬੀ ਭੈਣ ਭਰਾ ਮੈਨੂੰ ਐਕਸੈਪਟ ਕਰਦੇ ਹੋ, ਮੈਨੂੰ ਪਿਆਰ ਕਰਦੇ, ਮੈਂ ਉਹਨਾਂ ਦੇ ਕਲਚਰ ਦਾ ਹਿੱਸਾ ਵਾਂ। ਮੈਨੂੰ ਹਰ ਤਰ੍ਹਾਂ, ਮੈਂ ਇੰਗਲਿਸ਼ ਵੀ ਬੋਲਾਂਗੀ ਮੈਨੂੰ ਐਕਸੈਪਟ ਕਰ ਲੈਂਦੇ, ਪੰਜਾਬੀ ਵੀ ਬੋਲਾਂਗੀ ਐਕਸੈਪਟ ਕਰਦੇ। ਸੋ ਸਾਨੂੰ ਇਹ ਸਮਝਣ ਦੀ ਲੋੜ ਆ ਕਿ ਅਸਲ ਜਿਹੜਾ ਸਾਨੂੰ ਆਜ਼ਾਦੀ ਆ ਜਾਂ ਫਿਰ ਯੂਥ ਨੇ ਕਿਹੜੀ ਡਾਇਰੈਕਸ਼ਨ 'ਚ ਜਾਣਾ ਵਾ, ਉਹ ਇੱਥੇ ਰਹਿ ਕੇ ਪੁਰਾਣਾ ਜੋ ਅਸੀਂ ਛੱਡੀ ਜਾ ਰਹੇ ਹਾਂ ਉਹ ਪੇਰੈਂਟਸ ਨੂੰ ਵੀ ਟ੍ਰਾਂਸਫਰ ਕਰਨ ਦੀ ਲੋੜ ਹੈ ਤੇ ਯੂਥ ਨੂੰ ਵੀ ਸਮਝਣ ਦੀ ਲੋੜ ਹੈ ਕਿ ਸਾਡੀ ਹੋਂਦ ਅਸਲ 'ਚ ਹੈ ਕੀ। ਤੁਸੀਂ ਆਇਲਸ ਦਾ ਜ਼ਿਕਰ ਕੀਤਾ ਸੀ, ਮੈਂ ਉਸ ਸਵਾਲ ਤੇ ਆਉਣ ਤੋਂ ਪਹਿਲਾਂ ਇਸੇ ਸਵਾਲ 'ਚੋਂ ਤੁਹਾਡਾ ਇੱਕ ਹੋਰ ਸਵਾਲ ਨਿਕਲ ਗਿਆ। ਤੁਸੀਂ ਆਜ਼ਾਦੀ ਦੀ ਗੱਲ ਕੀਤੀ ਹੈ ਨਾ, ਹੋਰ ਸਾਰਾ ਔਰਤਾਂ ਨਾਲ, ਕੁੜੀਆਂ ਨਾਲ ਜੁੜੀ ਗੱਲ ਕੀਤੀ। ਇੱਕ ਤਾਂ ਮੈਂ ਤੁਹਾਨੂੰ ਪੜ੍ਹਿਆ ਸੀ ਕਿ ਤੁਸੀਂ ਲਿਖਿਆ ਹੋਇਆ ਆਪਦੀ ਉਸ ਦੇ ਵਿੱਚ ਸਾਰੀ ਫੇਸਬੁੱਕ ਕੋਟੇਸ਼ਨ ਦੇ ਵਿੱਚ ਕਿ ਕੁੜੀਆਂ ਨੂੰ ਕਿਹਾ ਜਾਂਦਾ ਆਪਣਾ ਸੋਚਣ ਦਾ ਤਰੀਕਾ ਬਦਲੋ, ਹੈ ਨਾ ਜੀ। ਬਹੁਤ ਸਾਰੀਆਂ ਕੁੜੀਆਂ ਉਹ ਵੀ ਹੁਣ ਖੁੱਲ੍ਹੇ ਵਿਚਾਰ ਲਿਖਦੀਆਂ ਨੇ। ਉਹ ਕਿਤੇ ਨਾ ਕਿਤੇ ਕਹਿੰਦੀਆਂ ਵੀ ਕੁੜੀਆਂ ਲਈ ਇਹ ਸਮਾਜ ਹੈ ਨਹੀਂ, ਕੁੜੀਆਂ ਨਾਲ ਧੱਕਾ ਹੁੰਦਾ ਜਾਂ ਕੁੜੀਆਂ ਨਾਲ ਉਵੇਂ ਹੁੰਦਾ। ਉਹ ਫੈਮਿਨਿਜ਼ਮ ਵਾਲੇ ਪੁਆਇੰਟ ਆਫ ਵਿਊ ਤੋਂ ਸੋਚਦੀਆਂ। ਇੱਕ ਪਾਸੇ ਫੈਮਿਨਿਜ਼ਮ ਦੇ ਪੱਖੀ ਕੁੜੀਆਂ, ਇੱਕ ਪਾਸੇ ਉਹ ਕੁੜੀਆਂ ਜੋ ਕਹਿੰਦੀਆਂ ਵੀ ਹਾਂ ਸਭ ਕੁਝ ਠੀਕ ਆ, ਜਿੱਦਾਂ ਤੁਸੀਂ ਵੀ ਸਮਾਜ 'ਚੋਂ ਨਿਕਲ ਕੇ ਆਏ ਹੋ, ਸਮਾਜ ਤਾਂ ਸਭ ਲਈ ਬਰਾਬਰ ਆ। ਕਿਵੇਂ ਵੇਖਦੇ ਹੋ ਦੋਨਾਂ ਤਸਵੀਰਾਂ ਨੂੰ? ਜੇ ਤੁਸੀਂ ਮਿਹਨਤੀ ਹੋ, ਤੁਸੀਂ ਆਪਣੇ ਬਲਬੂਤੇ ਤੇ ਕੁਝ ਕੀਤਾ ਵਾ, ਮਿਨੀਮਮ ਤੁਸੀਂ ਸਹਾਰੇ ਲਏ ਆ, ਤੁਸੀਂ ਸੈਲਫਿਸ਼ ਨਹੀਂ ਹੋ, ਤੁਸੀਂ ਜਿਹੜਾ ਵਾ ਨਿਰਸਵਾਰਥ ਇੱਕ ਆਸਤਿਕ ਬੰਦਾ ਬਣ ਕੇ ਜ਼ਿੰਦਗੀ 'ਚ ਜਿਹੜਾ ਵਾ ਉਹ ਰਾਈਜ਼ ਕੀਤਾ ਤੇ ਤੁਹਾਡੀ ਜਿਹੜੀ ਚਾਲ ਆ ਉਹ ਸਲੋ ਰਹੀ ਆ, ਠੀਕ ਆ, ਤੇ ਤੁਹਾਡਾ ਕੋਈ ਜੈਂਡਰ ਨਹੀਂ ਆ ਫਿਰ, ਹਨਾ। ਸੋ ਮੈਨੂੰ ਇਸ ਟਾਈਮ ਇਹ ਮਹਿਸੂਸ ਹੁੰਦਾ ਹੈ, ਤੁਹਾਨੂੰ ਲੱਗਦਾ ਹੈ ਕਿ ਮੇਰੇ ਸੂਟ ਦੇ ਕਰਕੇ ਜਾਂ ਮੇਰੇ ਮੇਕਅਪ ਕਰਕੇ ਜਾਂ ਫਿਰ ਮੇਰੀ ਸ਼ਕਲ ਸੂਰਤ ਕਰਕੇ ਲੋਕ ਫੋਲੋ ਕਰ ਰਹੇ ਨੇ ਜੋ ਮੈਂ ਲਿਖਦੀ ਆ, ਠੀਕ ਹੈ? ਨਹੀਂ, ਲੋਕ ਸੋਚ ਨੂੰ ਫੋਲੋ ਕਰ ਰਹੇ। ਬਿਲਕੁਲ, ਕੀ ਸੋਚ ਆ, ਕੀ ਲਿਖਦੇ ਆ, ਠੀਕ ਹੈ। ਸੋ ਮੈਨੂੰ ਲੱਗਦਾ ਕਿ ਮੇਰਾ ਵਨ ਆਫ ਦਾ ਮੋਸਟ ਪੋਜ਼ਿਟਿਵ ਪੇਜ ਹੋਏਗਾ ਸੋਸ਼ਲ ਮੀਡੀਆ ਤੇ, ਕਿ ਜਿੱਥੇ ਲੋਕ ਆਪਣੇ ਦਿਲ ਦੀਆਂ ਗੱਲਾਂ ਜਿਹੜੇ ਆ ਕਮੈਂਟਸ 'ਚ ਲਿਖ ਦਿੰਦੇ, ਕਿ ਕਿਤਾਬ ਵਾਂਗੂ ਬਣ ਗਿਆ ਮੇਰਾ ਪੇਜ, ਠੀਕ ਹੈ। ਸੋ ਕੁੜੀਆਂ ਨੂੰ ਤੇ ਮੁੰਡਿਆਂ ਨੂੰ ਇਹੀ ਮੇਰਾ ਮੈਸੇਜ ਆ ਕਿ ਆਪਾਂ ਪਰਟੀਕੂਲਰ ਨਹੀਂ ਕਰਨਾ ਕਿ ਕੁੜੀਆਂ ਦੀਆਂ ਇਹ ਪ੍ਰੋਬਲਮਸ ਆ ਜੀ ਸਾਡੇ ਵੱਲ ਧਿਆਨ ਦਿਓ, ਮੁੰਡੇ ਵੀ ਕਹਿਣ ਕਿ ਹਾਂਜੀ ਸਾਨੂੰ ਵੀ ਤੇ ਇਹੀ ਪ੍ਰੋਬਲਮਸ ਆਉਂਦੀਆਂ। ਨਹੀਂ, ਜਦੋਂ ਤੁਸੀਂ ਇੱਕ ਰੁਤਬੇ ਤੇ ਪਹੁੰਚ ਜਾਂਦੇ ਹੋ ਤੇ ਜਾਂ ਖੁਦ ਫੀਲ ਕਰਦੇ ਹੋ ਕਿ ਮੇਰਾ ਇੱਕ ਰੁਤਬਾ ਵਾ, ਠੀਕ ਹੈ, ਮੇਰਾ ਇੱਕ ਕਿਰਦਾਰ ਆ, ਮੈਂ ਇੱਕ ਚੰਗੀ ਐਗਜ਼ਾਮਪਲ ਬਣਨਾ, ਉਦਾਹਰਣ ਬਣਨਾ ਵਾ, ਅੱਛੀ ਸ਼ਖਸੀਅਤ ਬਣਨਾ ਵਾ, ਤੇ ਇਹ ਫੈਮਲੀਜ਼ ਦੇ ਵਿੱਚੋਂ ਹੀ ਬਣਨਾ ਵਾ ਜਿਹੜੇ ਸਾਡੇ ਪੰਜਾਬ, ਤੇ ਅਸੀਂ ਵੀ ਇਹਨੂੰ ਘਰ ਘਰ ਦਾ ਸੀ ਹਿੱਸਾ ਵਾ। ਮੈਂ ਤੇ ਅੱਜ ਇਹੀ ਮਹਿਸੂਸ ਕਰਦੀ ਕਿ ਮੈਂ ਪੰਜਾਬ ਦੇ ਹਰ ਘਰ ਦਾ ਹਿੱਸਾ ਵਾ, ਠੀਕ ਹੈ। ਤੇ ਫਿਰ ਜੈਂਡਰ ਨਹੀਂ ਰਹਿੰਦਾ, ਫਿਰ ਉਹ ਤੋਂ ਮੁੰਡੇ ਵੀ ਇੰਸਪੀਰੇਸ਼ਨ ਲੈ ਸਕਦੇ, ਕੁੜੀਆਂ ਵੀ ਲੈ ਸਕਦੀਆਂ। ਸੋ ਐਸੇ ਕਿਰਦਾਰ ਬਣਾਓ ਕਿ ਜਿਨ੍ਹਾਂ ਨੂੰ ਉਹਨਾਂ ਦੀ ਪੱਗ ਤੋਂ ਤੇ ਜਾਂ ਉਹਨਾਂ ਦੀ ਚੁੰਨੀ ਤੋਂ ਨਾ ਵੇਖਿਆ ਜਾਏ, ਉਹਨਾਂ ਦੀ ਸੀਰਤ ਤੋਂ ਜਿਹੜਾ ਵਾ ਉਹਨਾਂ ਨੂੰ ਵੇਖਿਆ ਜਾਵੇ। ਅਸੀਂ ਮਿਹਨਤ ਹੀ ਸਾਰੀ ਜਿਹੜੀ ਆ ਉਹ ਸੀਰਤ ਤੇ ਕਰਨੀ ਆ, ਸੂਰਤ ਜਿਹੜੀ ਆ ਉਹਦੇ ਤੇ ਮਿਹਨਤ ਕਰਨ ਦਾ ਕੋਈ ਫਾਇਦਾ ਨਹੀਂ ਹੈਗਾ। ਕਈ ਸਾਥੀ ਤਾਂ ਇਹ ਵੀ ਕਹਿ ਦਿੰਦੇ ਨੇ ਕਿ ਜਿਹੜੇ ਲੋਕ ਲੰਬੀਆਂ ਲੰਬੀਆਂ ਪੋਸਟਾਂ ਲਿਖਦੇ ਨੇ ਸੋਸ਼ਲ ਮੀਡੀਆ ਤੇ, ਉਹ ਫਰਸਟ੍ਰੇਸ਼ਨ ਕੱਢਦੇ ਆ, ਆਪਣੀ ਭੜਾਸ ਕੱਢਦੇ ਆ ਜੀ। ਫਰਸਟ੍ਰੇਸ਼ਨ ਨਹੀਂ ਕੱਢਦੇ ਕਿਉਂਕਿ ਲਿਖਣਾ ਵੀ ਸੌਖਾ ਨਹੀਂ ਹੈ, ਹਨਾ। ਤੇ ਕਿਉਂਕਿ ਜੋ ਤੁਸੀਂ ਲਿਖ ਰਹੇ ਹੁੰਦੇ ਜੇ, ਤੁਸੀਂ ਉਸੇ ਵੇਲੇ ਵਿਰੋਧ ਦੇ ਵੀ ਤਿਆਰੀ ਮਾਈਂਡ 'ਚ, ਤੁਹਾਡੇ ਬੈਕ ਆਫ ਮਾਈਂਡ ਚੱਲ ਰਿਹਾ ਹੁੰਦਾ ਕਿ ਪਤਾ ਨਹੀਂ ਕੀ ਲਿਖਣਗੇ, ਕ੍ਰਿਟਿਸਿਜ਼ਮ ਲਈ ਪਹਿਲਾਂ ਤਿਆਰ ਰਹਿਣਾ ਪੈਂਦਾ। ਤੇ ਮੈਂ ਇਹ ਮੰਨਦੀ ਕਿ ਦੇਖੋ, ਜੋ ਅਸੀਂ ਸਮਾਜ ਦੀ ਉਦਾਹਰਣ ਬਣਨਾ ਚਾਹੁੰਦੇ ਉਹ ਤੇ ਆਪਾਂ ਆਲਰੇਡੀ ਖੁਸ਼ ਰਹਿ ਕੇ ਦੱਸ ਹੀ ਰਹੇ ਹਾਂ ਕਿ ਅਸੀਂ ਸਕੂਨ 'ਚ ਰਹਿਣਾ ਹੈ, ਖੁਸ਼ ਰਹਿਣਾ ਹੈ, ਅਸੀਂ ਮਾਂ-ਪਿਓ ਦੇ ਕੋਲ ਰਹਿਣਾ ਤੇ ਉਹ ਨਿੱਘ ਮਹਿਸੂਸ ਕਰਨਾ, ਉਹ ਸਾਡੀ ਐਂਡ ਰਿਜ਼ਲਟ ਹੈ, ਠੀਕ ਹੈ। ਤੇ ਜਾਂ ਤੇ ਐਂਡ ਰਿਜ਼ਲਟ ਨਾ ਦੇਖ ਰਹੇ ਹੋ ਫਿਰ ਆਪਾਂ ਕਹੀਏ, ਠੀਕ ਹੈ। ਪਰ ਮੇਰੀ ਜਿਹੜੀ ਲਾਈਫ ਆ ਉਹਦੇ ਵਿੱਚ ਐਂਡ ਰਿਜ਼ਲਟ ਬਹੁਤ ਦੇਰ ਦਾ ਆ ਚੁੱਕਾ ਹੈ ਤੇ ਐਂਡ ਰਿਜ਼ਲਟ ਨੂੰ ਮੈਂ ਜਿਉ ਰਹੀ ਹਾਂ, ਇੰਜੋਏ ਕਰ ਰਹੀ ਹਾਂ, ਠੀਕ ਹੈ। ਪਰ ਜਦੋਂ ਮੈਂ ਲਿਖਦੀ ਹਾਂ ਜਾਂ ਹੋਰ ਲੇਖਕ ਵੀ ਲਿਖਦੇ ਨੇ, ਠੀਕ ਹੈ, ਉਹ ਇਸ ਕਰਕੇ ਲਿਖਦੇ ਨੇ ਕਿ ਲੋਕ ਉਹਨਾਂ ਨੂੰ ਰਿਲੇਟ ਕਰਨ, ਆਪਣੇ ਨਾਲ ਰਿਲੇਟ ਕਰਨਗੇ। ਫਿਰ ਉਹ ਸੋਚਣਗੇ ਅੱਛਾ ਕਿ ਮਨਦੀਪ ਵੀ ਦੁਖੀ ਆ ਜਿੱਦਾਂ ਦੀ ਮੈਂ ਦੁਖੀ ਆ, ਹਨਾ। ਬਟ ਉਹ ਸਾਡੇ ਰੀਅਲ ਲਾਈਫ ਦੇ ਵਿੱਚ ਜਾਂ ਸਾਡੇ ਸੋਸ਼ਲ ਮੀਡੀਆ ਪੇਜਸ ਤੇ ਦੇਖਣਗੇ ਕਿ ਨਹੀਂ, ਇਹ ਜਿਉ ਰਿਹਾ ਜ਼ਿੰਦਗੀ, ਇੱਕ ਸਿਚੁਏਸ਼ਨ ਉਹੀ ਹੈ। ਪਰ ਕਈ ਲੋਕ ਜਿਹੜੇ ਆ, ਹਜ਼ਾਰਾਂ ਲੋਕ ਸਟਕ ਹੋਏ ਹੁੰਦੇ ਆ ਬੈੱਡ ਨਾਲ, ਪੂਰੇ
ਉਹਨਾਂ ਲੱਗਦਾ ਕਿ ਰੀੜ ਦੀ ਹੱਡੀ ਟੁੱਟ ਗਈ ਤੇ ਹੁਣ ਵੀਲ ਚੇਅਰ ਤੇ ਆ ਹੀ ਨਹੀਂ ਸਕਦੇ, ਉਹ ਚਿਪਕੇ ਹੁੰਦੇ ਕਿ ਨਹੀਂ ਹੁਣ ਖਤਮ ਆ ਮੇਰੀ ਜ਼ਿੰਦਗੀ। ਸੋ ਉਹਨਾਂ ਨੂੰ ਉਠਾਉਣ ਕਰਕੇ ਕਈ ਵਾਰੀ ਇੰਨਾ ਡੀਪ ਲਿਖਿਆ ਜਾਂਦਾ ਜਿਹਨੂੰ ਲੋਕ ਸਾਡੀ ਫਰਸਟ੍ਰੇਸ਼ਨ ਸਮਝਦੇ ਆ ਜਾਂ ਸਾਡੇ ਦੁੱਖ ਦਰਦ ਸਮਝਦੇ, ਉਹ ਦੁੱਖ ਦਰਦ ਨਹੀਂ, ਉਹ ਐਕਚੁਅਲ 'ਚ ਲੋਕਾਂ ਦੇ ਦੁੱਖ ਦਰਦ ਆ ਕਿ ਉਹ ਇਹ ਦੁੱਖ ਦਰਦ ਪੜ੍ਹ ਕੇ ਆਪਣੇ ਆਪ ਨੂੰ ਰਿਲੇਟ ਕਰਨ ਤੇ ਫਿਰ ਉਹ ਸਾਡੇ ਵੱਲ ਦੇਖ ਕੇ ਦੇਖਣ ਕਿ ਹਾਂਜੀ ਬਈ એનર્ਜੀ ਕਾਇਮ ਰੱਖਣੀ ਹੈ, ਜ਼ਿੰਦਗੀ ਜਿਉ ਸਕਦੇ ਆ। ਅਸਲ 'ਚ ਲੋਕਾਂ ਦਾ ਜੱਜ ਕਰਨ ਦਾ ਤਰੀਕਾ, ਨਜ਼ਰੀਆ ਉੱਥੋਂ ਤੱਕ ਹੀ ਹੁੰਦਾ ਵੀ ਇਹਨਾਂ ਨੇ ਅੱਜ ਇਹੋ ਜਿਹੀ ਪੋਸਟ ਪਾਈ ਹੈ, ਅੱਜ ਆਹ ਗੱਲ ਹੋਊਗੀ। ਇਦਾਂ ਨਹੀਂ। ਅੱਛਾ, ਤੁਸੀਂ ਵੀ ਪਿੰਡਾਂ 'ਚ ਵਿਚਰਦੇ ਹੋ ਹਨਾ, ਬਜ਼ੁਰਗ ਮਾਮਾ ਬਾਪੂ ਸਾਨੂੰ ਮਿਲਦੇ ਨੇ, ਉਹਨਾਂ ਤੋਂ ਜਦੋਂ ਅਕਸਰ ਪੁੱਛ ਲੈਂਦੇ ਨੇ ਵੀ ਤੁਹਾਡਾ ਬੇਟਾ ਕੀ ਕਰਦਾ, ਉਹਨਾਂ ਨੂੰ ਆਇਲਸ ਦਾ ਪੂਰੀ ਤਰ੍ਹਾਂ ਨਾਮ ਵੀ ਨਹੀਂ ਪਤਾ ਹੁੰਦਾ। ਉਹ ਪਤਾ ਕੀ ਕਹਿੰਦੇ ਆ, ਬਾਹਰ ਜਾਣ ਦਾ ਪੇਪਰ ਉਹਦੀ ਤਿਆਰੀ ਕਰੀ ਜਾਂਦਾ ਹੈਨਾ। ਹਾਲਾਂਕਿ ਆਇਲਸ ਕੋਈ ਨਾ ਤਾਂ ਡਿਗਰੀ ਆ ਨਾ ਸਰਟੀਫਿਕੇਟ ਆ, ਇੱਕ ਲੈਂਗੁਏਜ ਦੀ ਇੱਕ ਤਿਆਰੀ ਆ ਹੈਨਾ। ਕਿਵੇਂ ਵੇਖਦੇ ਹੋ? ਔਰ ਇਸੇ ਨੇ ਮੈਨੂੰ ਲੱਗਦਾ ਵੀ ਸਾਰਾ ਪੰਜਾਬ ਸਾਡਾ ਖਾਲੀ ਕਰਤਾ। ਹਾਂਜੀ, ਕਿਉਂਕਿ ਪੰਜਾਬ ਇੱਕ ਇਮੋਸ਼ਨਲ ਤੇ ਭੋਲੀ ਸਟੇਟ ਆ, ਠੀਕ ਹੈ। ਦੂਸਰਾ, ਲੋਕ ਜਿਹੜੇ ਆ ਉਹ ਇੱਕ 80s ਦੇ ਦੌਰ ਤੇ ਜਾਂ ਉਸ ਤੋਂ ਪਹਿਲਾਂ ਵੀ ਬਾਹਰ ਮੂਵ ਹੋਏ ਆ ਹਨਾ। ਉਸ ਤੋਂ ਪਹਿਲਾਂ ਇਸ ਕਰਕੇ ਮੂਵ ਹੋਏ ਆ ਕਿ ਅੱਛਾ ਕਮਾ ਕੇ ਵਾਪਸ ਲਿਆਉਣਾ ਚਾਹੁੰਦੇ ਸੀ ਹਨਾ, ਤੇ ਉਸ ਤੋਂ ਬਾਅਦ ਸਿਕਿਉਰਿਟੀ ਰੀਜ਼ਨ ਕਰਕੇ ਮੂਵ ਹੋ ਗਏ, ਠੀਕ ਹੈ। ਸੋ ਉਦੋਂ ਕਾਰਨ ਵੱਖਰੇ ਸੀ, ਉਦੋਂ ਜਿਹੜਾ ਕਾਰਨ ਫਰੀडम ਨਹੀਂ ਸੀ ਕਿ ਸਾਨੂੰ ਜੀ ਘਰਦਿਆਂ ਤੋਂ ਨਾ ਆਜ਼ਾਦੀ ਚਾਹੀਦੀ ਹੈ ਤੇ ਅਸੀਂ ਤਾਂ ਜਾਣਾ ਹੈ, ਠੀਕ ਆ। ਜਾਂ ਫਿਰ ਜਿਹੜਾ ਇੱਥੇ ਮਤਲਬ ਕਿ ਉੱਥੇ ਸੈਟਲ ਹੋਣਾ ਕਾਰਨ ਨਹੀਂ ਸੀ ਮੇਰੇ ਖਿਆਲ ਦੇ ਵਿੱਚ। ਹਾਂਜੀ, ਸੈਟਲ ਹੋਣਾ ਕਾਰਨ ਨਹੀਂ ਸੀ, ਪਰ ਹੁਣ ਉਹ ਜਿਹੜਾ ਉਹ ਸੈਟਲ ਹੋਣਾ ਬਣ ਚੁੱਕਾ ਵਾ। ਹੁਣ ਮੈਂ ਕਈ ਵਾਰੀ ਖੁਦ ਆਪ ਬੜੀ ਹੈਰਾਨ ਹੁੰਦੀ ਕਿ ਕਿਵੇਂ ਪੇਰੈਂਟਸ ਜਿਹੜੇ ਆਪ ਹੀ ਆਪਣੇ ਬੱਚੇ ਨੂੰ ਤਿਆਰ ਕਰਦੇ ਕਿ ਤੁਸੀਂ ਜਿਹੜਾ ਵਾ ਉਹ ਜਾਓ, ਠੀਕ ਹੈ। ਕਿਤੇ ਨਾ ਕਿਤੇ ਇਹ ਇੱਕ ਬਿਜ਼ਨਸ ਬਣ ਗਿਆ, ਠੀਕ ਹੈ। ਸੋ ਜਦੋਂ ਇਹ ਬਿਜ਼ਨਸ ਬਣ ਗਿਆ ਵਾ ਕਿਸੇ ਨੂੰ ਬਾਹਰ ਭੇਜਣਾ, ਉਹ ਵੀ ਜ਼ੋਰ ਲਾ ਰਹੇ ਆ ਤੇ ਇਧਰੋਂ ਜ਼ੋਰ ਲੱਗ ਰਿਹਾ ਜਾਣ ਲਈ, ਉਧਰੋਂ ਖਿੱਚਣ ਲਈ ਜ਼ੋਰ ਲਾ ਰਹੇ ਆ। ਹਾਂਜੀ, ਸਾਡਾ ਹੁਣ ਫਿਰ ਕਿਚਨ 'ਚ ਬੜਾ ਜ਼ੋਰ ਜਿਹੜਾ ਉਹ ਲੱਗ ਰਿਹਾ, ਤੇ ਕਿਉਂਕਿ ਪੈਸਾ ਇਨਵੋਲਵ ਹੋ ਗਿਆ ਇਹ ਚੀਜ਼ ਦੇ ਵਿੱਚ। ਤੇ ਪਹਿਲਾਂ ਲੋਕ ਇੰਨੇ ਪੈਸੇ ਲਾ ਕੇ ਜਿਹੜੇ ਉਹ ਨਹੀਂ ਜਾਂਦੇ ਹੋਣਗੇ ਕਿ ਉਹ ਸੋਚਣ ਕਿ ਘਰ-ਬਾਰ ਵੇਚ ਕੇ ਤੇ ਸਭ ਕੁਝ ਜ਼ਮੀਨ ਵਗੈਰਾ ਵੇਚ ਕੇ ਤਾਂ ਜੰਮੀ ਨਹੀਂ ਜਾਂਦੇ ਸੀ ਜੀ, ਹੁਣ ਤਾਂ ਕਿੱਲਿਆਂ ਦੇ ਕਿੱਲੇ ਵਿਕ ਰਹੇ ਆ। ਤੇ ਐਜੂਕੇਸ਼ਨ ਵੀ ਮਤਲਬ ਪਿੰਡਾਂ ਵਾਲਿਆਂ ਨੂੰ ਹੀ ਥੋੜਾ ਹੋਰ ਅਵੇਅਰ ਕਰਨ ਦੀ ਲੋੜ ਆ ਕਿ ਪੜ੍ਹਾਈ ਕਿੰਨੀ ਇੰਪੋਰਟੈਂਟ ਆ। ਹੁਣ ਦੇਖੋ ਕਾਲਜਿਸ ਖਾਲੀ ਆ ਸਾਡੇ ਪੰਜਾਬ ਦੇ ਵਿੱਚ ਹੀ 50% ਤੋਂ ਉੱਪਰ ਲੋਕ ਦੂਜੀਆਂ ਸਟੇਟਸ ਦੇ ਆ ਕੇ ਪੜ੍ਹ ਰਹੇ ਤੇ ਇੱਥੇ ਸੀਟਾਂ ਅਸੀਂ ਫੁੱਲ ਕਰ ਰਹੇ ਆਪਣੀਆਂ, ਠੀਕ ਹੈ। ਸੋ ਐਜੂਕੇਸ਼ਨ ਵੀ ਜਿਹੜੀ ਆ ਉਹ ਬਹੁਤ ਇੰਪੋਰਟੈਂਟ ਆ। ਆਈ ਥਿੰਕ ਬਹੁਤ ਅਵੇਅਰਨੈਸ ਹੋ ਗਈ ਕਿ ਬਾਹਰ ਜਾਣਾ ਚਾਹੀਦਾ ਵਾ, ਬਹੁਤ ਅਵੇਅਰਨੈਸ ਹੋ ਗਈ ਆ, ਬਹੁਤ ਰੌਲਾ ਪੈ ਗਿਆ ਤੇ ਦੂਜੀਆਂ ਸਟੇਟਸ ਤੱਕ ਅਸੀਂ ਪਹੁੰਚ ਗਏ ਕਿ ਸਾਡੇ ਪਿੰਡ ਤੇ ਖਾਲੀ ਹੋਏ ਆ। ਹੁਣ ਅਸੀਂ ਹਿਮਾਚਲ ਦੇ ਵੀ ਕਰਾਂਗੇ, ਹਰਿਆਣੇ ਦੇ ਵੀ ਕਰਾਂਗੇ ਹਨਾ। ਬਿਲਕੁਲ। ਹੁਣ ਦੂਸਰੀ ਮੁਹਿੰਮ ਚਲਾਉਣ ਦੀ ਲੋੜ ਆ ਪੰਜਾਬ 'ਚ, ਜਿਵੇਂ ਮੈਂ ਰਿਵਰਸ ਮਾਈਗ੍ਰੇਸ਼ਨ ਵਤਨ ਵਾਪਸੀ ਸ਼ੁਰੂ ਕੀਤੀ ਆ ਕਿ ਨਹੀਂ ਇੱਥੇ ਵੀ ਬੜਾ ਕੁਝ ਹੈਗਾ, ਇੱਥੇ ਰਹਿਣ ਦੀ ਵੀ ਲੋੜ ਆ, ਠੀਕ। ਉਹ ਇੱਕ ਪਾਸਾ ਭਾਰੀ ਇੰਨਾ ਹੋ ਗਿਆ ਕਿ ਉਹਦੇ ਸਾਹਮਣੇ ਅੱਜ ਆਪਾਂ ਜੇ ਥੋੜਾ ਬਹੁਤਾ ਜ਼ੋਰ ਲਗਾਉਂਦੇ ਵੀ ਆ ਉਹ ਦੇਖ ਹੀ ਨਹੀਂ ਰਿਹਾ। ਜਦੋਂ ਤੁਸੀਂ ਵਤਨ ਵਾਪਸੀ ਦੀ PR ਪੰਜਾਬ ਇਹ ਮੂਵਮੈਂਟ ਸ਼ੁਰੂ ਕੀਤੀ ਸੀ, ਬਹੁਤ ਹੁੰਗਾਰਾ ਮਿਲਿਆ, ਬਹੁਤ ਇੱਕ ਪੋਜ਼ਿਟਿਵ ਮਾਈਂਡ ਵਾਲੇ ਜਰਨਲਿਸਟ ਤੁਹਾਡੇ ਨਾਲ ਜੁੜੇ, ਹੋਰ ਸਮਾਜ ਸੇਵੀ ਜੁੜੇ, ਤੇ ਉਹ ਸਾਰਾ ਕਿਵੇਂ ਆਇਆ ਕਨਸੈਪਟ ਮਾਈਂਡ ਦੇ ਵਿੱਚ ਔਰ ਕਿਉਂ ਜ਼ਰੂਰੀ ਹੈ ਇਸ ਵਕਤ? ਪਹਿਲਾਂ ਦੂਸਰੇ ਇੰਡੀਆ ਅੱਜ ਵਨ ਆਫ ਦਾ ਬਿਗੇਸਟ ਇਕਨੋਮੀ ਆ, ਰਾਈਟ। ਤੁਸੀਂ ਕਦੀ 10 ਸਾਲ ਪਹਿਲਾਂ ਨਹੀਂ ਦੇਖਿਆ ਹੋਣਾ ਕਿ ਤੇ ਸਟਾਰਬਕਸ ਆ, ਟਿਮ ਹਾਰਟਨਸ ਆ, ਰਾਈਟ। ਅਸੀਂ ਉੱਥੇ ਜਾ ਰਹੇ ਹਾਂ, ਅਸੀਂ ਉੱਥੇ ਜਾ ਕੇ ਸਟਾਰਬਕਸ 'ਚ ਟਿਮ ਹਾਰਟਨਸ 'ਚ ਜੌਬ ਲੱਭਦੇ ਆ, ਠੀਕ ਹੈ। ਤੇ ਇੱਥੇ ਦੇਖੋ ਕਿ ਵਾਕਿੰਗ ਡਿਸਟੈਂਸ ਤੇ ਸਟਾਰਬਕਸ ਖੁੱਲਿਆ ਹੋਇਆ ਅੱਜ, ਠੀਕ ਹੈ, ਵਾਕਿੰਗ ਡਿਸਟੈਂਸ ਤੇ। ਸੋ ਜੋ ਪਹਿਲਾਂ ਲੋਕ ਉੱਥੇ ਲਾਈਫ ਸਟਾਈਲ ਭਾਲਦੇ ਸੀ ਉਹ ਸਾਰਾ ਇੱਥੇ ਜਿਹੜਾ ਵਾ ਉਹ ਆ ਚੁੱਕਾ, ਠੀਕ ਹੈ। ਜੋ ਉਹ ਉੱਥੇ ਜਾ ਕੇ ਘਰ ਬਣਾਉਣਾ ਚਾਹੁੰਦੇ ਆ ਉਹ ਪਹਿਲਾਂ ਹੀ ਇੱਥੇ ਹੈ। ਹੋ ਸਕਦਾ ਕਿਸੇ ਕੋ ਮਾੜਾ ਮੋਟਾ ਹੋਵੇ, ਉਹਨੂੰ 10-15 ਸਾਲ 'ਚ ਤੇ ਥੋੜਾ ਉਹਨੂੰ ਇੰਪਰੂਵ ਕਰ ਹੀ ਸਕਦਾ ਨਾ। ਇਹ ਥੋੜੀ ਕਿ ਹੁਣ 10 ਸਾਲ ਲਾ ਕੇ ਵੀ ਉਹ ਘਰ ਇੰਪਰੂਵ ਨਹੀਂ ਕਰ ਸਕਦਾ। ਜੋ ਖਾਣਾ ਪੀਣਾ ਵਾ ਸਾਡਾ ਇੱਥੋਂ ਦਾ ਵੀ ਵਧੀਆ ਵਾ ਹਨਾ, ਕਲਚਰ ਵਧੀਆ ਵਾ, ਮੰਮੀ ਪਾਪਾ ਇੱਥੇ ਹੈਗੇ ਆ। ਸਾਨੂੰ ਮੈਨੇਜ ਕਰਨ ਵਾਲੇ 10-12 ਜਾਣੇ ਹੁੰਦੇ, ਸਾਨੂੰ ਪਤਾ ਵੀ ਨਹੀਂ ਹੁੰਦਾ, ਠੀਕ ਹੈ ਨਾ। ਦੁੱਧ ਵਾਲਾ ਵੱਖਰਾ ਦੁੱਧ ਵਾਲਾ ਕੰਮ ਕਰ ਰਿਹਾ ਵਾ, ਪ੍ਰੈਸ ਵਾਲਾ ਵੱਖਰਾ ਪ੍ਰੈਸ ਵਾਲਾ ਕੰਮ ਕਰ ਰਿਹਾ, ਘਰ ਜਿਹੜੇ ਕਈ ਤਰ੍ਹਾਂ ਦੇ ਹੈਲਪਰ ਨੇ। ਸੋ ਅਲਟੀਮੇਟਲੀ ਜੋ ਮੈਨੂੰ ਲੱਗਦਾ ਕਿ ਬਾਹਰ ਜਾ ਕੇ ਜਿਹੜਾ ਵਾ ਫਿਰ ਇੱਕ ਜਨਰੇਸ਼ਨ ਦੀ ਬੜੀ ਮਿਹਨਤ ਲੱਗਦੀ ਆ, ਫਿਰ ਉਹਦੀ ਅਗਲੀ ਜਨਰੇਸ਼ਨ ਸੁਧਰਦੀ ਆ,
ਠੀਕ ਹੈ, ਫਿਰ ਆਪਾਂ ਉਹ ਮਿਹਨਤ ਇੱਥੇ ਹੀ ਕਿਉਂ ਨਾ ਕਰ ਲਈਏ। ਸਹੀ ਗੱਲ ਹੈ। ਠੀਕ ਹੈ ਨਾ, ਇੱਥੇ ਹੀ ਆਪਾਂ ਕਰ ਸਕਦੇ। ਸੋ ਅਸੀਂ ਦੇਖੋ ਇਹਦੇ ਵਿੱਚ ਇਕਨੋਮਿਕਸ ਐਂਗਲ ਤੇ ਜਦੋਂ ਡਿਬੇਟ ਹੁੰਦੀ ਆ ਤਾਂ ਵੀ ਜਿੱਤਿਆ ਹੀ ਜਾਂਦਾ, ਇਹ ਨਹੀਂ ਕਿ ਅਸੀਂ ਹਾਰਦੇ ਆ। ਬਿਲਕੁਲ। ਪਰ ਮੇਰੀ ਇਕਨੋਮਿਕਸ ਐਂਗਲ ਤੇ ਪੈਸੇ ਧੇਲੇ ਦੇ ਐਂਗਲ ਤੇ ਡਿਬੇਟ ਨਹੀਂ, ਮੇਰੀ ਇਹ ਹੈ ਕਿ ਜਦੋਂ ਅਸੀਂ ਆਪਣੇ ਪਿੰਡ ਹਾਰ ਜਾਂਦੇ ਆ, ਆਪਣੇ ਪੇਰੈਂਟਸ ਹਾਰ ਜਾਂਦੇ ਆ, ਤੇ ਜਦੋਂ ਇੱਕ ਬੰਦਾ ਜਾਂਦਾ ਵਾ ਤੇ ਉਹ ਨਾਲ ਉਹਦੇ ਕਰਕੇ ਕਈਆਂ ਦੇ ਘਰ ਚੱਲਦੇ ਹੁੰਦੇ ਆ, ਹਨਾ। ਸਮਝੋ ਕਿ ਇੱਥੇ ਰਹਿ ਗਿਆ ਤੇ ਮੈਂ 130 ਬੱਚਿਆਂ ਨੂੰ ਜੌਬ ਦੇਤੀ, ਜੇ ਮੈਂ ਬਾਹਰ ਸੈਟਲ ਹੋ ਜਾਂਦੀ ਤੇ 130 ਬੱਚਿਆਂ ਦੀ ਜੌਬ ਤੇ ਖਾਲੀ ਨਾ ਮੈਂ, ਤੇ ਇਨਡਾਇਰੈਕਟਲੀ ਹੋ ਸਕਦਾ ਮੈਂ 300 ਬੰਦਿਆਂ ਨੂੰ ਹੈਲਪ ਕਰਦੀ ਹੋਵਾਂ। ਠੀਕ ਆ, ਸੋ ਇੱਕ ਬੰਦਾ ਨਹੀਂ ਬਾਹਰ ਜਾ ਰਿਹਾ, ਨਾਲ 100 ਜੌਬ ਵੀ ਬਾਹਰ ਲੈ ਕੇ ਜਾ ਰਿਹਾ, 100 ਬੰਦੇ ਜਿਹੜੇ ਉਹਦੇ ਕਰਕੇ ਅਰਨ ਕਰ ਸਕਦੇ ਸੀ ਤੇ ਪੰਜਾਬ 'ਚ ਰਹਿ ਕੇ ਉਹ ਵੀ ਉਹ ਜਿਹੜਾ ਵਾ ਉਹ ਨਾਲ ਲੈ ਕੇ ਜਾ ਰਿਹਾ। ਇਸ ਕਰਕੇ ਮੈਨੂੰ ਲੱਗਦਾ ਕਿ ਰਿਵਰਸ ਮਾਈਗ੍ਰੇਸ਼ਨ ਇੱਕ ਬਹੁਤ ਇੰਪੋਰਟੈਂਟ ਮੁਹਿੰਮ ਹੈ, ਕਿਉਂਕਿ ਮਾਈਗ੍ਰੇਸ਼ਨ ਇਜ਼ ਓਕੇ। ਬਿਲਕੁਲ। ਤੁਸੀਂ ਪੜ੍ਹਨ ਲਈ ਬਾਹਰ ਜਾਣਾ ਵਾ, ਇਹ ਤੋਂ ਵਧੀਆ ਕੋਈ ਚੀਜ਼ ਹੀ ਨਹੀਂ। ਪੜ੍ਹਨ ਲਈ ਬਾਹਰ ਜਾਓ, ਪੜ੍ਹ ਕੇ ਇੱਥੇ ਆਓ। ਠੀਕ ਆ, ਤੁਸੀਂ ਜੌਬ ਕਰਨ ਲਈ, ਬਿਜ਼ਨਸ ਕਰਨ ਲਈ ਬਾਹਰ ਜਾ ਰਹੇ ਹੋ, ਠੀਕ ਆ, ਤੁਸੀਂ ਉੱਥੇ ਜਾ ਕੇ ਬਿਜ਼ਨਸ ਖੋਲਿਆ, ਹਨਾ, ਤੇ ਤੁਸੀਂ ਉਹ ਬਿਜ਼ਨਸ ਨੂੰ ਪੰਜਾਬ ਨਾਲ ਕਿੱਦਾਂ ਲਿੰਕ ਕੀਤਾ। ਤੁਹਾਡਾ ਗਰੋਸਰੀ ਸਟੋਰ ਆ, ਤੁਸੀਂ ਪੰਜਾਬ ਤੋਂ ਕਿੰਨੀ ਚੀਜ਼ ਮੰਗਾ ਰਹੇ ਹੋ, ਜਾਂ ਉਸ ਸਟੇਟ ਦੇ ਵਿੱਚ ਪੰਜਾਬ ਤੋਂ ਕੀ ਜਾ ਰਿਹਾ। ਠੀਕ ਆ, ਸੋ ਜਿਹੜਾ ਰੀਕਨੈਕਟ ਹੈ ਨਾ ਉਹ ਮਿਸਿੰਗ ਆ। ਇਹ ਸੈਲਫਿਸ਼ਨੈਸ ਜਿਹੜੀ ਅਸੀਂ ਕਰ ਰਹੇ ਨਾ, ਕਿ ਅਸੀਂ ਇੱਥੇ ਪੇਰੈਂਟਸ ਦਾ ਬਣਿਆ ਹੋਇਆ ਇੱਕ 50 ਲੱਖ ਦਾ ਘਰ ਵੇਚ ਕੇ, ਠੀਕ ਆ, ਜਾਂ ਫਿਰ ਸਾਰੀ ਉਮਰ ਇੱਕ ਟੀਚਰ ਨੇ 40 ਲੱਖ ਰੁਪਇਆ ਆਪਣਾ ਬਚਾਇਆ ਹੁੰਦਾ, ਠੀਕ ਆ, ਉਹ ਲੈ ਕੇ ਅਸੀਂ ਚਲ ਜਾਂਦੇ ਆ। ਠੀਕ ਆ, ਤੇ ਫਿਰ ਅਸੀਂ ਉਹਨਾਂ ਨੂੰ ਕੇਅਰ ਵੀ ਨਹੀਂ ਦੇ ਰਹੇ, ਕੁਝ ਵੀ ਨਹੀਂ ਕਰ ਰਹੇ। ਹਾਲਾਂਕਿ ਕਈ ਬੱਚੇ ਇੱਦਾਂ ਕਹਿੰਦੇ ਕਿ ਨਹੀਂ ਮੈਂ ਤੇ ਆਪਣੇ ਮੰਮੀ ਪਾਪਾ ਨੂੰ ਨਾਲ ਲੈ ਕੇ ਜਾਊਂਗਾ, ਤੇ ਉਹ ਚੱਲ ਵੀ ਜਾਂਦੇ ਹਨ। ਤੇ ਜਿਹੜਾ ਬੰਦਾ 60 ਸਾਲ ਪੰਜਾਬ 'ਚ ਰਹਿ ਗਿਆ ਹੋਵੇ, ਮੇਰੇ ਕੋ ਨਹੀਂ ਮੰਨਿਆ ਜਾਂਦਾ ਕਿ ਉਹਦਾ ਉੱਥੇ ਜੀ ਲੱਗਦਾ ਵਾ। ਬਿਲਕੁਲ ਜੀ। ਬਾਕੀ ਜਿਵੇਂ ਕਹਿੰਦੇ ਹੁੰਦੇ ਆ ਵੀ ਮੈਨੂੰ ਉਧਰੋਂ ਨੌਕ ਹੋਈ ਜਾਂਦਾ ਨਾ, ਜਿਵੇਂ ਕਹਿੰਦੇ ਹੁੰਦੇ ਨਾ ਵੀ ਮਿੱਟੀ ਦੇ ਘਰਾਂ 'ਚ ਲੋਕ ਜੁੜੇ ਸਨ, ਮਿੱਟੀ ਨਾਲ ਪੱਥਰ ਹੋ ਗਏ ਆ ਘਰਾਂ 'ਚ ਪੱਥਰ ਲਵਾ ਕੇ। ਕਿਤੇ ਨਾ ਕਿਤੇ ਸਾਨੂੰ ਉਹ ਚੀਜ਼ਾਂ, ਉਧਰਲਾ ਜਿਹੜਾ ਕਲਚਰ ਆ ਉਹ ਖਿੱਚ ਰਿਹਾ ਹੈਗਾ। ਤੇ ਬਾਕੀ PR ਪੰਜਾਬ ਤੇ ਹੋਰ ਵੀ ਲੰਬੀ ਚੌੜੀ ਗੱਲ ਹੋ ਸਕਦੀ ਸੀ। ਮੇਰੀ ਇੱਛਾ ਸੀ ਵੀ PR ਪੰਜਾਬ ਇਸੇ ਸਬਜੈਕਟ ਤੇ ਹੀ ਮਨਦੀਪ ਕੌਰ ਟਾਂਗਰਾ ਨਾਲ ਲੰਬੀ ਗੱਲ ਹੋਣੀ ਬਣਦੀ ਆ, ਪਰ ਸਮੇਂ ਦੀ ਥੋੜੀ ਜੀ ਸਾਨੂੰ ਸੀਮਾ ਨੂੰ ਵੀ ਦੇਖਣਾ ਪੈਣਾ। ਹਾਂ, ਜੇ ਗੱਲ ਨਾ ਕਰਦੇ ਫਿਰ ਇਹ ਗੱਲਬਾਤ ਅਧੂਰੀ ਸੀ। ਸੋ ਬਹੁਤ ਸਾਰੇ ਸਵਾਲ ਦੋਸਤੋ ਮੇਰੇ ਜ਼ਿਹਨ ਦੇ ਵਿੱਚ ਰਹਿ ਗਏ ਨੇ, ਜੋ ਕਦੇ ਫਿਰ ਜ਼ਰੂਰ ਸਾਂਝੇ ਕਰਾਂਗੇ। ਬਹੁਤ ਸਾਰੇ ਜਵਾਬ, ਬਹੁਤ ਸਾਰੇ ਖਿਆਲਾਤ ਮੈਡਮ ਕੋਲ ਵੀ ਰਹਿ ਗਏ ਹੋਣੇ ਆ। ਕਦੇ ਫਿਰ ਸਬੱਬ ਬਣਾਵਾਂਗੇ, ਜੁੜਾਂਗੇ, ਬੈਠਾਂਗੇ। ਪੰਜਾਬ ਨਾਲ ਜੁੜੀਆਂ ਹੋਈਆਂ, ਨੌਜਵਾਨੀ ਨਾਲ ਜੁੜੀਆਂ ਹੋਈਆਂ ਗੱਲਾਂ, ਵਿਦੇਸ਼ਾਂ ਨਾਲ ਜੁੜੀਆਂ ਹੋਈਆਂ ਗੱਲਾਂ, ਔਰ ਕਿਸ ਤਰ੍ਹਾਂ ਹਰ ਪਿੰਡ ਦੇ ਵਿੱਚ, ਸਿਰਫ ਟਾਂਗਰਾ ਨਹੀਂ, ਹਰ ਪਿੰਡ ਦੇ ਵਿੱਚ ਕਿਵੇਂ ਇਸ ਤਰ੍ਹਾਂ ਦੀਆਂ IT ਕੰਪਨੀਆਂ ਖੋਲ੍ਹੀਆਂ ਜਾਣ, ਉੱਥੋਂ ਦੀਆਂ ਕੁੜੀਆਂ, ਉੱਥੋਂ ਦੇ ਮੁੰਡੇ ਕਿਵੇਂ ਇੰਟਰਪ੍ਰੀਨਿਓਰ ਬਣਨ, ਕਿਵੇਂ ਬਿਜ਼ਨਸਮੈਨ ਬਣਨ। ਇਹ ਬਹੁਤ ਵੱਡੇ ਸਵਾਲ ਨੇ, ਔਰ ਅੱਜ ਇਹਨਾਂ ਤੇ ਹਰ ਸਕੂਲ, ਕਾਲਜ, ਯੂਨੀਵਰਸਿਟੀ 'ਚ ਚਰਚਾ ਹੋਣੀ ਲਾਜ਼ਮੀ ਹੈ। ਸੋ ਮੈਡਮ, ਸਮਾਂ ਦਿੱਤਾ, ਬਹੁਤ ਸ਼ੁਕਰੀਆ ਜੀ। ਕਦੇ ਫਿਰ ਬੈਠਾਂਗੇ ਜੀ। ਤੇ ਦੋਸਤੋ, ਜਿਵੇਂ ਕਹਿੰਦੇ ਆ ਨਾ ਵੀ ਹੇ ਬੇਹਿੰਮਤੇ ਨੇ ਜੋ ਸ਼ਿਕਵਾ ਕਰਨ ਮੁਕੱਦਰਾਂ ਦਾ, ਉੱਗਣ ਵਾਲੇ ਉੱਗ ਜਾਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ। ਸੋ ਸਾਨੂੰ ਉਹੇ ਜਿਹੇ ਬਣਨਾ ਪੈਣਾ ਵੀ ਅਸੀਂ ਕਿਹੋ ਜਿਹੇ ਵੀ ਹਾਲਾਤਾਂ 'ਚ ਕਿ ਹਾਲਾਤਾਂ ਦਾ ਸੀਨਾ ਪਾੜ ਕੇ ਉੱਗੀਏ। ਸੋ ਗੱਲਬਾਤ ਤੁਹਾਨੂੰ ਕਿਵੇਂ ਲੱਗੀ? ਚੰਗੀ ਲੱਗੀ ਸ਼ੇਅਰ ਜ਼ਰੂਰ ਕਰਿਓ, ਕਿਉਂਕਿ ਗੱਲਬਾਤ ਹਰ ਤੱਕ ਪਹੁੰਚਣੀ ਲਾਜ਼ਮੀ ਹੈ। ਲਾਈਕ ਵੀ ਕਰਿਓ ਤੇ ਕਮੈਂਟ ਵੀ ਜ਼ਰੂਰ ਕਰਿਓ। ਸਾਨੂੰ ਤੁਹਾਡੇ ਸੁਝਾਵਾਂ ਦੀ, ਤੁਹਾਡੇ ਵਿਊਜ਼ ਦੀ ਬਹੁਤ ਜ਼ਰੂਰਤ ਹੈ। ਸੋ ਇੱਥੇ ਹੀ ਆਗਿਆ ਲੈਂਦੇ ਹਾਂ, ਕਦੇ ਫਿਰ ਬੈਠਾਂਗੇ। ਮੈਨੂੰ ਦਿਓ ਆਗਿਆ। ਧੰਨਵਾਦ।